ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੇ ਵੱਲੋਂ, ਸ਼ਿਵਿੰਦਰ ਜੀ ਵੱਲੋਂ, ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਸਾਡੇ ਸਮੂਹ ਪੱਤਰਕਾਰ ਸਭਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 9 ਸਤੰਬਰ ਤੇ ਸਮਾਂ ਸ਼ਾਮ ਦੇ 6:30 ਦਾ। ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਤੁਸੀਂ ਸਾਡੇ ਨਾਲ ਇਸ ਵਕਤ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਵੇਰੇ ਗੀਤ ਬਹਾਰ ਪ੍ਰੋਗਰਾਮ 7:30 ਵਜੇ ਲਾਈਵ ਕੀਤਾ ਜਾਂਦਾ ਹੈ। ਤੁਸੀਂ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ 92 164 10 666, 98 149 10 666 ਤੇ ਕਾਲ ਕਰਕੇ ਆਪਣੀਆਂ ਮਨ ਦੀਆਂ ਗੱਲਾਂ ਕਰ ਸਕਦੇ ਹੋ, ਮਨਪਸੰਦ ਗੀਤ ਸੁਣ ਸਕਦੇ ਹੋ, ਦਿਲ ਦੇ ਵਲਵਲੇ ਜਿਹੜੇ ਨੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਹੈ ਉਹ ਵੀ ਕਰ ਸਕਦੇ ਹੋ। ਉਸ ਤੋਂ ਇਲਾਵਾ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੀ ਤੁਸੀਂ ਇਹਨਾਂ ਫੋਨਾਂ 'ਤੇ ਕਾਲ ਕਰਕੇ ਆਪਣੇ ਵਿਚਾਰ ਰੱਖ ਸਕਦੇ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਭਰਪੂਰ ਸਿੰਘ ਬਰਾੜ ਬੇਕਰਸਫੀਲਡ, ਹਰਮਿਲਾਪ ਸਿੰਘ ਬੇਕਰਸਫੀਲਡ ਤੋਂ, ਹਰਜਾਪ ਸਿੰਘ ਬੇਕਰਫੀਲਡ ਤੋਂ, ਬਾਈ ਦਵਿੰਦਰ ਸਿੰਘ ਨੀਟੂ ਟੋਰੰਟੋ ਤੋਂ, ਲਖਵਿੰਦਰ ਸਿੰਘ ਹੋਰੀ, ਬਾਈ ਜੀ ਗੁਰਜੀਤ ਹੋਰੀ, ਸਾਰੀ ਨਿਊਯਾਰਕ ਟੀਮ ਵੱਲੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਹਮੇਸ਼ਾ ਹੀ ਰੇਡੀਓ ਪੰਜਾਬ ਟੁਡੇ ਨੂੰ ਸਪੋਰਟ ਕਰਦੇ ਨੇ। ਇਸ ਤੋਂ ਇਲਾਵਾ ਖਾਸ ਤੌਰ 'ਤੇ ਵਿਨੀਪੈਗ ਦੇ ਸਾਡੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ, ਰੇਡੀਓ ਪੰਜਾਬ ਟੁਡੇ ਨੂੰ ਲਗਾਤਾਰ ਸਹਿਯੋਗ ਕਰ ਰਹੇ ਨੇ, ਬਹੁਤ ਆਦਰ ਮਾਣ ਦੇ ਰਹੇ ਨੇ। ਸੁਨੇਹਾ ਜੀ ਬਲਤੇਜ ਸਿੰਘ ਪਨੇਸਰ ਹੋਰਾਂ ਦਾ, ਜਿਨ੍ਹਾਂ ਦਾ ਫੋਨ ਨੰਬਰ ਹੈ 204 459 2000, 2044592000। ਕਹਿੰਦੇ ਕਿ ਸਾਡੀ ਟਰੱਕ ਸ਼ਾਪ ਅਕਾਲ ਟਰੱਕ ਐਂਡ ਟ੍ਰੇਲਰ ਜੋ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਵਿਖੇ ਹੈ ਜੀ। ਇੱਥੇ ਹੁਣ ਕਹਿੰਦੇ ਤੁਹਾਨੂੰ ਖੁੱਲ੍ਹੀ ਪਾਰਕਿੰਗ, ਕੁਇਕ ਟਰੱਕ ਲੀਵ ਦੇ ਨਾਲ ਵਾਸ਼ ਵੀ ਮਿਲੇਗਾ ਅਤੇ DOT ਸੇਫਟੀ ਵੀ ਕਰਵਾਈ ਜਾਏਗੀ। ਬਾਕੀ ਸੈਮੀ ਅਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੱਤਾ, ਅੰਡਰ ਵਨ ਰੂਫ ਤੁਸੀਂ ਸੈਮੀ ਅਤੇ ਟ੍ਰੇਲਰ ਦਾ ਸਾਰਾ ਕੰਮ ਕਰਵਾ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਵੀਰਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ ਜਿਹੜੇ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਟਰੈਕਟਰ ਅਤੇ ਲੋਕਲ ਕੰਮ ਕਰਨਾ ਚਾਹੁੰਦੇ ਨੇ, ਤਾਂ ਤੁਸੀਂ ਸੈਟਲ ਏਰੀਆ ਦੇ ਵਿੱਚ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਡਿਸਪੈਚ ਪੰਜਾਬੀ 'ਚ ਕਰਦੇ ਨੇ। 2020 ਸੀਰੀਅਲ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਾਲੇ ਸਨੀ ਜੀ ਦਾ ਦਾਅਵਾ ਹੈ ਕਿ ਉਹਨਾਂ ਦੇ ਜਿਹੜੇ ਡਰਾਈਵਿੰਗ ਸਕੂਲ ਦੇ ਇੰਸਟਰਕਟਰ ਨੇ ਬੜੇ ਪੈਸ਼ਨੇਬਲ ਅਤੇ ਪ੍ਰੋਫੈਸ਼ਨਲ ਨੇ, ਤੁਹਾਨੂੰ ਬੜਾ ਆਸਾਨੀ ਦੇ ਨਾਲ ਡਰਾਈਵਿੰਗ ਦੇ ਗੁਣ ਸਿਖਾ ਦਿੰਦੇ ਨੇ, ਭਾਵੇਂ ਫਰੈਂਚ, ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਅਰੈਬਿਕ ਜਾਂ ਉਰਦੂ ਹੋਵੇ। ਇਸ ਤੋਂ ਇਲਾਵਾ ਤੁਸੀਂ ਦੂਰ ਦਰਾਡੇ ਤੋਂ ਆਉਣਾ ਤਾਂ ਤੁਹਾਨੂੰ ਮੁਫਤ ਰਿਹਾਇਸ਼ ਵੀ ਦਿੰਦੇ ਨੇ ਅਤੇ ਪਿਕ ਐਂਡ ਡਰੋਪ ਵੀ ਫਰੀ ਦਿੰਦੇ ਨੇ। ਬਾਕੀ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਸਕੂਲ ਬੱਸ ਡਰਾਈਵਰਸ ਦੀ ਬੜੀ ਜ਼ਰੂਰਤ ਹੈ ਅਤੇ ਬੜੀ ਸ਼ਾਰਟੇਜ ਚੱਲ ਰਹੀ ਹੈ, ਅਤੇ ਇਹ ਕਹਿੰਦੇ ਕਿ ਅਸੀਂ ਜਲਦ ਹੀ ਤੁਹਾਨੂੰ ਉਹਦੇ ਮਾਹਿਰ ਬਣਾ ਦਿੰਦੇ ਹਾਂ। ਸਾਡੇ ਕੋਲ ਇੱਕ ਵਾਰੀ ਸੰਪਰਕ ਕਰੋ 5406560985 'ਤੇ। ਬਾਕੀ ਕਹਿੰਦੇ ਜੇਕਰ ਟਿਊਸ਼ਨ ਫੀਸ ਦੀ ਵੀ ਕੋਈ ਪ੍ਰੋਬਲਮ ਹੈ ਤਾਂ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਜੁੜਦੇ ਵੀਰ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਸੇਖੋਂ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ ਗੁਰਸ਼ਰਨ ਸਿੰਘ ਸੇਖੋਂ ਮਾਣ ਦੇ ਨਾਲ ਕਹਿੰਦੇ ਨੇ ਕਿ ਤੁਸੀਂ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰੋ। ਫੋਨ ਨੰਬਰ ਹੈ 510 299 88 5102009988। ਇਹ ਕਹਿੰਦੇ ਆ ਜੀ, ਤੁਹਾਨੂੰ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਲੋੜ ਹੈ, ਭਾਵੇਂ ਕਿਤੋਂ ਵੀ ਦੁਨੀਆ 'ਚੋਂ ਗੱਲ ਕਰੋ। ਅਮਰੀਕਾ ਦੇ ਲਈ ਤੁਹਾਨੂੰ ਇਮੀਗ੍ਰੇਸ਼ਨ ਅਸਿਸਟੈਂਸ ਚਾਹੀਦੀ ਹੈ, ਇੱਥੇ ਪੁੱਜ ਗਏ ਹੋ, ਤੁਹਾਨੂੰ ਕੋਈ ਕੋਰਟ ਫਾਈਲਿੰਗ ਕਰਨੀ ਹੈ, OCI ਕਾਰਡ ਲੈਣਾ ਹੈ, ਫੈਮਿਲੀ ਪਟੀਸ਼ਨਸ ਨੇ, ਵਰਕ ਪਰਮਿਟ ਹੈ, ਸਿਟੀਜ਼ਨਸ਼ਿਪ ਹੈ, ਕਹਿਣ ਤੋਂ ਭਾਵ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਲੋੜ ਹੈ, ਕਹਿੰਦੇ ਇੱਕ ਵਾਰੀ ਮੈਨੂੰ 5102009988 ਤੇ ਕਾਲ ਜ਼ਰੂਰ ਕਰ ਲਓ। ਸੋ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸ਼ਵਿੰਦਰ ਜੀ ਜੁੜ ਗਏ ਨੇ। ਸ਼ਵਿੰਦਰ ਜੀ, ਸਤਿ ਸ੍ਰੀ ਅਕਾਲ। ਹੈਲੋ। ਹਾਂਜੀ ਧੰਨਵਾਦ ਸਰ, ਸ਼ੁਕਰੀਆ, ਮਿਹਰਬਾਨੀ ਜੀ। ਜੀ ਹੋਰ ਜੀ, ਸ਼ਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਪੋਲੀਟੀਕਲ ਚਿਹਰੇ ਦੀ। ਦੇਖੋ, ਪੰਜਾਬ ਦੇ ਵਿੱਚ ਇੱਕ ਚੀਜ਼ ਹੈ ਕਿ ਕਾਂਗਰਸ ਕਹਿ ਰਹੀ ਹੈ ਕਿ ਕਾਂਗਰਸ ਨੇ ਕਲੀਅਰ ਕਰ ਦਿੱਤਾ ਕਿ ਸਾਡਾ ਚਿਹਰਾ ਜਾਂ ਸਾਡੀ ਅਗਵਾਈ ਦੇ ਫਲਾਣੇ ਬੰਦੇ ਦੀ ਅਗਵਾਈ ਦੇ ਵਿੱਚ ਅਸੀਂ ਚੋਣ ਲੜਾਂਗੇ। ਪਰ ਆਮ ਆਦਮੀ ਦਾ ਜਬਕਲ ਝੂਟਾ, ਜਿਹਨੂੰ ਕਹਿੰਦੇ ਆ ਕਿ ਪਾਣੀ 'ਚ ਮਧਾਣੀ ਪਈ ਹੋਈ ਹੈ, ਆਪਣਾ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਭਾਈ ਵੇਖ ਲਓ, ਜੇ ਤੁਹਾਡਾ ਮਨ ਨਹੀਂ ਬਣਦਾ ਮੈਨੂੰ ਦੱਸ ਦਿਓ, ਕੋਈ ਗੱਲ ਨਹੀਂ, ਮੇਰੇ ਕੋਲ ਹੋਰ ਟਿਕਾਣੇ ਵੀ ਹੈਗੇ ਆ, ਮੈਂ ਕੋਈ ਆਪਦਾ ਕਰਾਂ। ਪਰ ਮੈਨੂੰ ਕੁਛ ਨਜ਼ਰ ਆ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਿਹਰੇ ਤਾਂ ਬੜੇ ਅੱਛੇ ਨੇ, ਉਹਨਾਂ ਬਾਰੇ ਗੱਲ ਕਿਉਂ ਨਹੀਂ ਹੁੰਦੀ? ਕਿਉਂ ਉਹਨਾਂ ਦੀ ਆਵਾਜ਼ ਦਬ ਕੇ ਰਹਿ ਜਾਂਦੀ ਹੈ? ਜੇਕਰ ਬੜੇ ਮਸਲੇ ਅੱਛੇ ਉਠਾਏ ਨੇ, ਬੇਦਾਗ ਨੇ, ਚਰਚਾਵਾਂ ਵੀ ਬੜੀਆਂ ਨੇ ਜੀ, ਜੇ ਗੱਲ ਜ਼ਿਕਰ ਕਰ ਜੀ ਧਨਵਾਦ ਸਾਹਿਬ, ਟੋਟਲ ਨਾ ਮਾਮਲੇ ਨੂੰ ਮੈਂ ਦੋ ਢੰਗ ਨਾਲ ਦੇਖਦਾ ਹੈਗਾ। ਦੇਖੋ, ਪਹਿਲੀ ਗੱਲ ਤਾਂ ਹੈਗੀ ਹੈ ਕਿ ਜੇ ਅਸੀਂ ਚੱਲਣਾ ਹੈਗਾ ਕੰਸਟੀਟਿਊਸ਼ਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ, ਵੀ ਸੰਵਿਧਾਨ ਕੀ ਕਹਿੰਦਾ, ਉਹਦੇ ਵਿੱਚ ਨਿੱਕੀ ਜੀ ਸਿੱਧੀ ਜੀ ਗੱਲ ਹੈਗੀ ਆ ਵੀ ਆਮ ਚੋਣਾਂ ਹੁੰਦੀਆਂ ਨੇ, ਚਾਹੇ ਲੋਕ ਸਭਾ ਚਾਹੇ ਵਿਧਾਨ ਸਭਾ ਦੀਆਂ। ਉਹਦੇ ਵਿੱਚ ਜਿਹੜੀ ਜਿੱਤੀ ਹੋਈ ਪਾਰਟੀ ਆ ਜਾਂ ਜਿਹੜੀ ਪਾਰਟੀ ਕੋਲ ਸੀਟਾਂ ਵੱਧ ਹੈਗੀਆਂ ਨੇ, ਉਹ ਆਪਣਾ ਲੀਡਰ ਚੁਣਦੀ ਹੈ। ਠੀਕ ਹੈ, ਉਹ ਲੀਡਰ ਮਤਲਬ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੁੰਦਾ। ਪਰ ਸਾਡੇ ਇਹ ਰਿਵਾਜ ਘੱਟੋ ਘੱਟ 20 ਸਾਲ ਦਾ ਪੈ ਗਿਆ ਜੀ, ਕਿ ਬਈ 25 ਸਾਲ ਦਾ, ਕਿ ਨਹੀਂ, ਚਿਹਰਾ ਪਹਿਲਾਂ ਹੋਣਾ ਚਾਹੀਦਾ। ਵੈਸੇ ਤਾਂ ਸਾਡੀ ਜਿਹੜੀ ਜਦੋਂ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਇਹ ਚਿਹਰਿਆਂ ਦੀ ਸਿਆਸਤ ਰਹੀ ਆ, ਕਿ ਕਦੇ ਨਹਿਰੂ ਦਾ ਚਿਹਰਾ ਬੀਜੇਪੀ ਵਿੱਚ, ਵਾਜਪੇਈ ਦਾ ਚਿਹਰਾ ਹੋ ਗਿਆ, ਇੱਥੋਂ ਤੱਕ ਕਿ ਕਮਿਊਨਿਸਟ ਪਾਰਟੀਆਂ ਨੂੰ ਛੱਡ ਕੇ। ਹਾਲਾਂਕਿ ਕਮਿਊਨਿਸਟ ਪਾਰਟੀ ਵਿੱਚ ਵੀ ਕਈ ਵਾਰ ਪ੍ਰਭਾਵ ਦਿੰਦਾ, ਕਿ ਜਿਵੇਂ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਦਿੰਦਾ ਹੁੰਦਾ ਸੀਗਾ, ਤੇ ਭਾਵੇਂ ਕਿ ਉੱਥੇ ਅਧਿਕਾਰ ਉਹਦੇ ਕੋਲ ਨਹੀਂ ਹੁੰਦੇ ਸੀ ਉਸ ਤਰ੍ਹਾਂ ਬਹੁਤੇ, ਪਰ ਚਿਹਰੇ ਰਹੇ ਨੇ। ਪਰ ਵੀ ਜਿਹੜਾ ਇੱਕ ਢੰਗ ਹੈ ਮੁੱਖ ਮੰਤਰੀ ਨੂੰ ਚੁਣਨ ਦਾ ਜਾਂ ਪ੍ਰਧਾਨ ਮੰਤਰੀ ਨੂੰ ਚੁਣਨ ਦਾ, ਇਹ 20-25 ਸਾਲ 'ਚ ਕੁਝ ਜ਼ਿਆਦਾ ਹੀ ਹੋ ਗਿਆ। ਕਿਉਂਕਿ ਜਿਵੇਂ ਤੁਹਾਨੂੰ ਯਾਦ ਹੋਣਾ ਕਿ 2004 ਦੀ ਇਲੈਕਸ਼ਨ ਆਈ ਲੋਕ ਸਭਾ ਦੀ, ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਇਹੀ ਕਿ ਠਿੱਠ ਕੀਤਾ ਜਾਂਦਾ ਸੀ ਵੀ ਲਓ ਆਪਣਾ ਚਿਹਰਾ ਕੱਢੋ, ਕਿਹੜਾ ਤੁਹਾਡੇ ਕੋਲ ਹੈ ਪ੍ਰਧਾਨ ਮੰਤਰੀ ਦਾ ਚਿਹਰਾ। ਉਹਨਾਂ ਕੋਲ ਨਹੀਂ ਸੀ ਚਿਹਰਾ। ਉਹ ਸੋਨੀਆ ਗਾਂਧੀ ਸੀਗੀ, ਪਰ ਸੋਨੀਆ ਗਾਂਧੀ ਤਾਂ ਨਹੀਂ ਕਬੂਲ ਸੀਗੀ ਕਿ ਉਹਦੇ ਤੇ ਇੱਕ ਵਿਦੇਸ਼ੀ ਮੂਲ ਦਾ ਮੁੱਦਾ ਚੱਲਦਾ ਸੀਗਾ। ਫਿਰ ਇੱਕਦਮ ਮਨਮੋਹਨ ਸਿੰਘ ਨੂੰ ਲਿਆਂਦਾ ਗਿਆ। ਇਸੇ ਤਰ੍ਹਾਂ ਹੀ ਜਦੋਂ 2009 ਆਇਆ, ਉਦੋਂ ਫਿਰ ਬੀਜੇਪੀ ਨੂੰ ਵੀ ਇਹੀ ਸਵਾਲ ਸੀ, ਲਓ ਫਿਰ ਕੱਢੋ ਤੁਹਾਡਾ ਚਿਹਰਾ ਕਿਹੜਾ ਹੈਗਾ। ਤਾਂ ਬੀਜੇਪੀ ਵਾਲੇ ਕਹਿੰਦੇ ਸਾਡੇ ਕੋਲ ਅਡਵਾਨੀ ਆ। ਅਡਵਾਨੀ ਵੀ ਉਸ ਤਰ੍ਹਾਂ ਕਬੂਲ ਨਹੀਂ ਸੀਗਾ ਹੈ। ਸੋ ਇਹ ਚਿਹਰਿਆਂ ਦੀ ਇੱਕ ਸਿਆਸਤ ਚੱਲ ਪਈ ਹੈ। ਉਹ ਚਿਹਰਿਆਂ ਦੀ ਸਿਆਸਤ ਫਿਰ ਸੂਬਿਆਂ ਦੇ ਵਿੱਚ ਵੀ ਹਾਵੀ ਹੋਈ, ਸਾਰੇ ਕਿਤੇ ਹੋਈ। ਹੁਣ ਜਦੋਂ ਚਿਹਰਿਆਂ ਦੀ ਸਿਆਸਤ ਹਾਵੀ ਹੋਣੀ ਹੈ, ਇੱਕ ਤਾਂ ਚਿਹਰਿਆਂ ਦੀ ਸਿਆਸਤ ਜਿਹੜੀ ਹਾਵੀ ਹੋਣੀ ਹੈ, ਉਹ ਇੱਕ ਤਾਂ ਪੂਰੇ ਤੁਹਾਡੇ ਇੱਕ ਜਿਹੜੀ ਸੰਘਾਤਮਕ ਪ੍ਰਣਾਲੀ ਹੈ ਨਾ, ਉਹਦੇ ਤੇ ਸੱਟ ਮਾਰਨ ਵਾਲੀ ਚੀਜ਼ ਹੈਗੀ ਆ। ਵੀ ਤੁਸੀਂ ਪਹਿਲਾਂ ਹੀ ਮਤਲਬ ਕਹਿ ਰਹੇ ਹੋ ਸਾਡਾ ਮੁੱਖ ਮੰਤਰੀ ਹੈ ਜਿਹੜਾ ਕਿ ਅਧਿਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੋਲ ਹੁੰਦਾ ਸੀਗਾ। ਇੱਕ ਤਾਂ ਉਹ ਚੀਜ਼ ਹੋ ਗਈ। ਹੁਣ ਆ ਗਿਆ ਦੂਜੀ ਚੀਜ਼ ਵੀ ਉਹ ਹੈਗੀ ਆ ਕਿ ਠੀਕ ਆ, ਦੂਜੀਆਂ ਪਾਰਟੀਆਂ ਨੇ ਕਹਿ ਦਿੱਤਾ ਕਿ ਸਾਡੇ ਕੋਲ ਚਿਹਰਾ। ਹੁਣ ਜਿਹੜਾ ਮਸਲਾ ਆਮ ਆਦਮੀ ਪਾਰਟੀ ਦਾ ਨਾ, ਉਹ ਇਹ ਨਹੀਂ ਕਿ ਆਮ ਆਦਮੀ ਪਾਰਟੀ ਇਹ ਨਹੀਂ ਦਾਅਵਾ ਕਰ ਸਕਦੀ ਵੀ ਅਸੀਂ ਜੀ ਉਸ ਸੰਘਾਤਮਕ ਪ੍ਰਣਾਲੀ ਦੇ ਮੁਤਾਬਕ ਚੱਲ ਰਹੇ ਹਾਂ, ਫੈਡਰਲ ਸਟਰਕਚਰ ਦੇ ਮੁਤਾਬਕ ਚੱਲ ਰਹੇ ਹਾਂ। ਨਹੀਂ, ਉੱਥੇ ਸਮੱਸਿਆ ਹੈਗੀ ਆ ਕਿ ਉੱਥੇ ਫੈਸਲਾ ਲੈਣਾ ਹੈਗਾ ਦਿੱਲੀ ਹਕੂਮਤ ਨੇ। ਉਹ
ਉੱਥੇ ਇਹ ਨਹੀਂ ਕਿ ਉਹ ਲੋਕਤੰਤਰ ਨੂੰ ਕੋਈ ਜ਼ਿਆਦਾ ਫੋਲੋ ਕਰਨ ਲੱਗੇ ਹੋਏ ਨੇ। ਉੱਥੇ ਸਮੱਸਿਆ ਹੈਗੀ ਜੇ ਪਹਿਲਾਂ ਕੋਈ ਚਿਹਰਾ ਲਿਆਂਦਾ ਜਾਊਗਾ ਫਿਰ ਕੜਮਾਸ ਮਚ ਜੂਗੀ। ਕਿਉਂਕਿ ਦਿੱਲੀ ਵੇਲੇ ਸਮੱਸਿਆ ਨਹੀਂ, ਦਿੱਲੀ ਵੇਲੇ ਝੱਟ ਕੇਜਰੀਵਾਲ, ਦਿੱਲੀ ਵੇਲੇ 5 ਸਾਲ ਕੇਜਰੀਵਾਲ, ਦਿੱਲੀ ਵੇਲੇ ਅਬ ਕੀ ਵਾਰ ਵੀ ਕੇਜਰੀਵਾਲ, ਆਉਂਦੀ ਵਾਰੀ ਵੀ ਕੇਜਰੀਵਾਲ, ਅਬ ਕੀ ਵਾਰ ਫਿਰ 5 ਸਾਲ ਕੇਜਰੀਵਾਲ। ਠੀਕ ਹੈ, ਜਦੋਂ ਕੋਈ ਉੱਤਰਾਖੰਡ ਆ ਉੱਥੇ ਵੀ ਕੋਈ ਦਿੱਕਤ ਨਹੀਂ, ਉੱਥੇ ਵੀ ਪਹਿਲੇ ਚਿਹਰਾ ਅਗਲੇ ਨੇ ਐਲਾਨ ਕੇ ਰੱਖ ਦਿੱਤਾ। ਹੁਣ ਪੰਜਾਬ ਉਹ ਸੀਟ ਹੈ ਜਿੱਥੇ ਮੁੱਖ ਮੰਤਰੀ ਬਣਨ ਨੂੰ ਉਤਾਵਲੇ ਵੀ ਬਥੇਰੇ ਨੇ, ਪਰ ਉਹ ਹੁਣ ਜਿਹੜਾ ਟਾਈਮ ਇਹ ਆ ਗਿਆ ਜਿੱਥੇ ਉਹਨੂੰ ਲੱਗਦਾ ਕਿ ਭਾਵੇਂ ਕਿ 17 ਵਾਲੀ ਗੱਲ ਨਹੀਂ ਹੈਗੀ ਵੀ 17 ਤਾਂ ਮੁੱਖ ਮੰਤਰੀ ਤੇ ਦਾਅਵੇਦਾਰੀ ਬਥੇਰੇ ਫਿਰਦੇ ਸੀਗੇ। ਹੁਣ ਇਹ ਵੀ ਲੱਗਦਾ ਕਿ ਜੇ ਭਗਵੰਤ ਮਾਨ ਨੂੰ ਲਿਆਂਦਾ ਜਾਊਗਾ ਤਾਂ ਫਿਰ ਕਿਤੇ ਆ ਨਾ ਧੜਾ ਨਾ ਰੁੱਸ ਜਾਵੇ। ਫਿਰ ਕੇਜਰੀਵਾਲ ਕਿਤੇ ਨਾ ਕਿਤੇ ਹਾਈ ਕਮਾਂਡ ਚਾਹੁੰਦੀ ਹੈ ਵੀ ਹਾਲੇ ਆਪ ਕੰਟਰੋਲ 'ਚ ਰੱਖਿਆ ਜਾਵੇ। ਫਿਰ ਉਹ ਬੰਦਾ ਨੂੰ ਜੇਕਰ ਏਦਾਂ ਹੱਲ, ਪਹਿਲੀ ਗੱਲ ਤਾਂ ਲੱਗਦਾ ਨਹੀਂ ਕੋਈ ਚਾਂਸ, ਜੇ ਲੱਗਿਆ ਕੋਈ ਚਾਂਸ ਆਮ ਆਦਮੀ ਪਾਰਟੀ ਦਾ ਬਹੁਤ ਤਕੜੇ ਹੋਣ ਦਾ, ਤਾਂ ਫਿਰ ਜਿਹੜਾ ਫਿਰ ਦਿੱਲੀ ਦਰਬਾਰ ਨੂੰ ਠੀਕ ਬੈਠੂਗਾ ਉਹਦੇ ਮੁਤਾਬਕ ਅਸੀਂ ਜਿਹੜਾ ਆਪਣਾ ਮਤਲਬ ਚਿਹਰਾ ਲਾ ਦਿਆਂਗੇ। ਹਾਲਾਂਕਿ ਇਹ ਨਹੀਂ ਕਿ ਆਮ ਆਦਮੀ ਪਾਰਟੀ ਕੋਲ ਚਿਹਰਿਆਂ ਦੀ ਘਾਟ ਹੈਗੀ ਆ, ਚਿਹਰੇ ਹੈਗੇ ਨੇ, ਤੇ ਚੱਕਰ ਇਹ ਹੈਗਾ ਕਿ ਉਹ ਚਿਹਰੇ ਆ ਜਿਹੜੇ ਨਾ ਉਹ ਦਿੱਲੀ ਦਰਬਾਰ ਨਾਲ ਮੇਚ ਖਾਣੇ ਚਾਹੀਦੇ ਨੇ। ਉਹ ਚਿਹਰੇ ਆਓ ਭਗਤ ਕਰਨੀ ਜ਼ਰੂਰੀ ਹੈ ਉਹਨਾਂ ਦੀ। ਉਹ ਚਿਹਰੇ ਜਿਹੜਾ ਹੈਗਾ ਜੀ ਹਜ਼ੂਰੀਏ ਹੋਣ, ਮਤਲਬ ਉਹ ਚਿਹਰੇ ਦਾ ਆਪਣਾ ਨਾ ਦਿਮਾਗ ਹੋਵੇ ਨਾ ਅੱਖਾਂ ਹੋਣ। ਠੀਕ ਹੈ, ਤੇ ਉਹ ਕਬੂਲ ਨੇ। ਹੁਣ ਇਹ ਵੀ ਕਮਾਲ ਦੀ ਗੱਲ ਹੈ ਕਿ ਉਹ ਆਮ ਆਦਮੀ ਪਾਰਟੀ ਹੈ ਜਿਹਨੇ ਇਹ ਗੱਲ ਦਾ ਵਾਅਦਾ ਕਰਕੇ ਆਈ ਸੀ ਲੋਕਾਂ ਨਾਲ ਕਿ ਅਸੀਂ ਅੰਦਰੂਨੀ ਡੈਮੋਕ੍ਰੇਸੀ 'ਚ ਯਕੀਨ ਰੱਖਦੇ ਹਾਂ, ਚਾਹੇ ਉਹ ਪਾਰਟੀ ਦੀ ਹੋਵੇ, ਫਿਰ ਲੋਕਪਾਲ ਦਾ ਮੁੱਦਾ ਹੋਵੇ, ਜਾਂ ਫਿਰ ਰਾਜਾਂ ਦੀਆਂ ਜਿਹੜੀਆਂ ਇਕਾਈਆਂ ਉਹਨੂੰ ਵੱਧ ਅਧਿਕਾਰਾਂ ਦੀ ਗੱਲ ਹੋਵੇ। ਪਰ ਉਹ ਬਹੁਤ ਛੇਤੀ ਹੀ ਵਿਸਾਰ ਦਿੱਤਾ, ਜਿਹਦੇ ਕਰਕੇ ਇਹਨਾਂ ਦੇ ਵਿੱਚ ਬਹੁਤ ਸਾਰੀ ਟੁੱਟ ਭੱਜ ਹੋਈ ਹੈ। ਤੇ ਉਹ ਲੱਛਣ ਜਿਹੜੇ ਹੈ ਹੁਣ ਇਸ ਸਮੇਂ ਕੇਜਰੀਵਾਲ ਐਂਡ ਕੰਪਨੀ ਦਾ ਹਾਲ ਜਿਹੜਾ ਹੈਗਾ ਬਿਲਕੁਲ ਬੀਜੇਪੀ ਦੀ ਮੋਦੀ ਐਂਡ ਕੰਪਨੀ ਵਰਗਾ ਹੋ ਚੱਲਿਆ ਇਸ ਮਾਮਲੇ ਵਿੱਚ। ਜੀ, ਪਰ ਦੇਖੋ ਹੁਣ ਗੱਲ ਜੇ ਮੈਂ ਕਿਹਾ ਕੁਲਤਾਰ ਸਿੰਘ ਸੰਧਵਾਂ ਜਿਹੜੇ ਹੈਗੇ ਨੇ, ਭਗਵੰਤ ਮਾਨ ਹੈ, ਅਮਨ ਅਰੋੜਾ ਨੇ, ਠੀਕ ਹੈ, ਇਹ ਬੜੇ, ਮੈਂ ਜੇ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕਾਫੀ ਕੰਮ ਕੀਤਾ ਵੀ ਹੈ ਪਾਰਟੀ ਦੇ ਲਈ, ਆਪਾਂ ਇੰਨਾ ਨਹੀਂ ਕਹਿ ਸਕਦੇ, ਪਰ ਕਿਤੇ ਨਾ ਕਿਤੇ ਪਾਰਲੀਮੈਂਟੇਰੀਅਨ ਵੀ ਚੰਗੇ ਨੇ, ਬੋਲਣ ਦਾ ਤਰੀਕਾ ਵੀ ਚੰਗਾ ਹੈ। ਜੇਕਰ ਆਪਾਂ ਚਿਹਰਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜੇਕਰ ਭਗਵੰਤ ਮਾਨ ਨੂੰ ਇਹ ਕਹਿ ਦਿੰਦੇ ਕਿ ਹਾਂ ਠੀਕ ਹੈ ਤੁਹਾਡੇ ਵਿੱਚੋਂ, ਇਹਨਾਂ ਵਿੱਚੋਂ ਆ ਜਾਂਦਾ, ਕਿ ਇਕੱਲਾ ਹੀ ਭਗਵੰਤ ਮਾਨ ਕਿਉਂ ਜਿਹੜਾ ਉੱਭਰ ਕੇ ਆ ਰਿਹਾ? ਜੇ ਆਮ ਆਦਮੀ ਭਗਵੰਤ ਮਾਨ ਦੇ ਉੱਤੇ ਦੋਸ਼ ਲੱਗ ਰਹੇ ਨੇ ਵੀ ਇਹ ਭਾਈ ਕਹਿ ਦਿੰਦੇ ਆ ਕਿ ਭਾਈ ਰਾਤ ਨੂੰ ਗਰਾਰੇ ਕਰ ਲੈਂਦਾ, ਕੌੜੇ ਪਾਣੀ ਦੇ ਹੋਰ ਕਰ ਲੈਂਦਾ, ਜਾਂ ਕਿਸੇ ਨੂੰ ਅਨਕੰਫਰਟੇਬਲ ਫੀਲ ਕਰਦਾ ਜਦੋਂ ਕੋਈ ਹੋਰ ਅੱਗੇ ਆਉਂਦਾ, ਪਾਰਟੀ ਨੂੰ ਜੁੜਨ ਨਹੀਂ ਦਿੰਦਾ ਹੈਗਾ, ਪਾਰਟੀ ਦੀ ਹੋਰ ਇਹ ਚੀਜ਼ਾਂ ਆ ਰਹੀਆਂ ਨੇ, ਤਾਂ ਇਹ ਦੋ ਚਿਹਰੇ ਵੀ ਤਾਂ ਬੈਠੇ ਨੇ। ਦੇਖੋ, ਆਮ ਆਦਮੀ ਪਾਰਟੀ 'ਚ ਨਾ ਮਸਲਾ ਇਹ ਆਏ ਰਿਹਾ ਜੀ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕੋਈ ਚਿਹਰੇ ਨਾ, ਮਤਲਬ ਇੱਕ ਤਾਂ ਇਹ ਹੈਗਾ ਕਿ ਲੀਡਰਸ਼ਿਪ ਨਹੀਂ ਪੈਦਾ ਹੋਣ ਦਿੱਤੀ। ਚਿਹਰੇ ਚੂਰੇ ਦੀ ਤਾਂ ਮੈਂ ਸਿਆਸਤ ਨੂੰ ਬਹੁਤਾ ਮੰਨਦਾ ਨਹੀਂ, ਵੀ ਲੀਡਰਸ਼ਿਪ ਨਹੀਂ ਪੈਦਾ ਹੋਣ ਦਿੱਤੀ। ਜਦੋਂ ਲੀਡਰਸ਼ਿਪ ਪੈਦਾ ਹੁੰਦੀ ਹੈ, ਪਹਿਲਾਂ ਇਹ ਲੀਡਰਸ਼ਿਪ ਦਾ ਕਰਨ ਵਿੱਚ ਭਗਵੰਤ ਮਾਨ ਦੀ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ। ਹੁਣ ਅੱਜ ਕੱਲ ਇਹ ਲੱਗਣ ਲੱਗੇ ਕਿ ਬਈ ਮੇਰੀ ਹੁਣ ਦਾਲ ਨਹੀਂ ਗਲਦੀ ਹੈਗੀ, ਹੁਣ ਅਗਰ ਆਪ ਤੰਗ, ਹਾਲਾਂਕਿ ਪਹਿਲਾਂ ਚੁਣ ਕੇ ਉਹਨੇ ਉਸ ਤਰ੍ਹਾਂ ਦੇ ਲੀਡਰ ਬਾਹਰ ਕਢਵਾਏ ਜਿਹੜੇ ਕਿ ਸੱਚੀ ਮੁੱਚੀ ਸਟਰਗਲ ਵਿੱਚੋਂ ਆਏ ਹੋਏ ਲੀਡਰ ਸੀਗੇ। ਠੀਕ ਹੈ, ਤੇ ਜ਼ਮੀਨ ਨਾਲ ਜੁੜੇ ਹੋਏ ਸੀਗੇ। ਹੁਣ ਕਿਉਂਕਿ ਮਹੱਤਵਕਾਂਖੀ ਦਾ ਭਾਈ ਸਾਹਿਬ ਵੀ ਬਥੇਰੇ ਸੀਗੇ, ਸੋ ਹੁਣ ਮਸਲਾ ਉਹ ਇਹ ਹੈਗਾ ਕਿ ਉਧਰੋਂ ਦਿੱਲੀ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਵੀ ਕੋਈ ਜੇ ਦਿੱਲੀ ਇਹਨਾਂ ਦੀ ਜਿਹੜੀ ਸੈਂਟਰ ਕਮੇਟੀ ਨੇ ਵੀ ਜਿਹੜਾ ਵੀ ਕੋਈ ਮਤਲਬ ਸਵਾਲ ਕਰਦਾ ਵਾ ਸਾਨੂੰ, ਜਾਂ ਫਿਰ ਕੋਈ ਇਸ ਤਰ੍ਹਾਂ ਹੈਗਾ, ਉਹਨੂੰ ਜਿਹੜਾ ਸਬਕ ਸਿਖਾਇਆ ਜਾਵੇ। ਹੁਣ ਇਹਦੇ ਲਈ ਜ਼ਿੰਮੇਵਾਰ ਦੇਖੋ ਭਗਵੰਤ ਮਾਨ ਵੀ ਓਨਾ ਹੀ ਆ, ਤੇ ਜਿਹੜੀ ਇਹਨਾਂ ਦੀ ਹਾਈ ਕਮਾਂਡ ਵੀ ਓਨੀ ਆ, ਕਿਉਂਕਿ ਹਾਈ ਕਮਾਂਡ ਦੇ ਸਾਰੇ ਲੱਛਣ ਹੀ ਉਹੀ ਹੋ ਚੁੱਕੇ ਨੇ ਜਿਹੜੀਆਂ ਕਿ ਦੂਜੀਆਂ ਪਾਰਟੀਆਂ ਤੋਂ ਵੀ ਖਤਰਨਾਕ ਨੇ। ਹਾਲੇ ਕਾਂਗਰਸ ਵਗੈਰਾ ਵੀ ਤਾਂ ਫੇਰ ਵੀ ਦਿਖਾਵੇ ਦਾ ਤਾਂ ਲੋਕਤੰਤਰ ਹੈਗਾ ਹੀ ਆ ਨਾ, ਇੱਥੇ ਤਾਂ ਦਿਖਾਵੇ ਵਾਲਾ ਲੋਕਤੰਤਰ ਵੀ ਨਹੀਂ। ਇੱਥੇ ਤਾਂ ਸਿੱਧੀ ਗੱਲ ਹੈ ਕਿ ਤੁਹਾਨੂੰ ਯਾਦ ਹੋਣਾ ਜਦੋਂ ਧਰਮਵੀਰ ਗਾਂਧੀ ਹੋਣਾ ਨੇ ਬਗਾਵਤ ਕੀਤੀ ਸੀਗੀ, ਉਦੋਂ ਇੱਥੋਂ ਤੱਕ ਕਹਿਣ ਨੂੰ ਆ ਗਏ, ਕਿਹੜੇ ਆਏ ਦੱਸੋ? ਹਾਲ ਦੇਖੋ ਰੱਖੀ ਸੀ ਉਦੋਂ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਹਰਿੰਦਰ ਸਿੰਘ ਖਾਲਸਾ, ਉਹਦਾ ਇੱਕ ਬਿਆਨ ਸੀਗਾ ਕਿ ਜਿਹੜਾ ਕੇਜਰੀਵਾਲ ਦੇ ਉਲਟ ਬੋਲੂਗਾ ਉਹ ਆਮ ਆਦਮੀ ਪਾਰਟੀ ਦੇ ਉਲਟ ਬੋਲੂਗਾ। ਠੀਕ ਹੈ, ਉਹ ਗਦਾਰ ਆ। ਇਹੀ ਗੱਲ ਸੁੱਚਾ ਸਿੰਘ ਛੋਟੇਪੁਰ ਕਹਿ ਰਿਹਾ ਸੀਗਾ। ਹੋਇਆ ਕਿ ਬਾਅਦ ਵਿੱਚ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਸਬਕ ਸਿਖਾਇਆ ਗਿਆ, ਸਬਕ ਜਿਹੜਾ ਹੈਗਾ ਇਹਨੂੰ ਵੀ ਸਿਖਾਇਆ ਗਿਆ ਹਰਿੰਦਰ ਸਿੰਘ ਖਾਲਸੇ ਨੂੰ, ਬਹੁਤ ਥੋੜੇ ਮਹੀਨੇ ਬਾਅਦ ਹੀ, ਮਤਲਬ ਹੈ। ਫਿਰ ਉਸ ਤੋਂ ਬਾਅਦ ਵਿੱਚ ਇਹ ਵੀ ਪਿੱਟਣ ਲੱਗ ਗਏ। ਹੋਇਆ ਕਿ ਇੱਥੇ ਨਾ ਜਦੋਂ ਜਿਵੇਂ ਇਹਨਾਂ ਦੀ ਛੰਗਾਈ ਹੁੰਦੀ ਗਈ, ਛਾਂਗਾ ਲੱਗਦਾ ਗਿਆ, ਇਹ ਆਪਣੇ ਵੇਲੇ ਦਾ ਚੀਕ ਚਿਹਾੜਾ ਪਾਉਂਦੇ ਰਹੇ, ਚਾਹੇ ਉਹ ਸੁਖਪਾਲ ਖਹਿਰਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ, ਪਰ ਜਦੋਂ ਦੂਜਿਆਂ ਨਾਲ ਹੋ ਰਿਹਾ ਸੀ ਉਦੋਂ ਵੇਲੇ ਚੁੱਪ ਸੀਗੇ, ਉਦੋਂ ਬੋਲੇ ਨਹੀਂ ਸੀਗੇ। ਉਹਦਾ ਕਾਰਨ ਇਹ ਸੀਗਾ ਕਿ ਅਸੀਂ ਉਹ ਮਹੱਤਵਕਾਂਖੀ ਬਥੇਰੇ ਸੀ, ਐਨ ਫੁਲਕੇ ਦਾ ਵੀ ਇਹੀ ਹਾਲ ਸੀਗਾ। ਲੇਕਿਨ ਜਿਹੜੀ ਪਹਿਲੀ ਇਹਨਾਂ ਦੀ ਪਹਿਲੀ ਇਕਾਈ ਹੈ, ਜਿਹੜੀ ਪਹਿਲੀ ਇਕਾਈ ਵੱਖਰੀ ਹੋਈ ਆ, ਉਹ ਇਕਾਈ ਸੱਚੀ ਮੁੱਚੀ ਸਟਰਗਲ ਚੋਂ ਆਈ ਹੋਈ ਸੀ। ਉਹ ਇਕਾਈ ਨੇ ਮੁੱਦੇ ਜੈਨੂਨ ਉਠਾਏ ਸੀ। ਬਾਕੀ ਉਹ ਤੋਂ ਬਾਅਦ ਜਿੰਨੇ ਵੀ
ਆਉਂਦੇ ਗਏ ਜਾਂਦੇ ਗਏ, ਉਹਨਾਂ ਦੀਆਂ ਨਾ ਮੈਨੂੰ ਤਾਂ ਐਂ ਲੱਗਦਾ ਵੀ ਉਹ ਜਿਹੜੇ ਅੰਦਰੂਨੀ ਡੈਮੋਕ੍ਰੇਸੀ ਸੀ ਉਹਨਾਂ ਦੀ ਲੜਾਈ ਵਿੱਚ ਵੀ ਭੇਖ ਸੀਗਾ। ਮਸਲਨ ਉਦਾਹਰਨ ਦੇ ਤੌਰ ਤੇ ਸੁਖਪਾਲ ਖਹਿਰਾ ਉਦੋਂ ਆਇਆ ਜਦੋਂ ਗਾਂਧੀ ਵਾਲਾ ਗਰੁੱਪ ਅਲੱਗ ਹੋ ਗਿਆ ਸੀਗਾ। ਮਤਲਬ ਕਿਉਂ ਆਇਆ ਬਈ, ਜੇ ਏਦਾਂ ਹੀ ਅੰਦਰੂਨੀ ਡੈਮੋਕ੍ਰੇਸੀ ਦਾ ਫਿਕਰ ਸੀਗਾ ਤਾਂ ਫਿਰ ਆਉਂਦਾ ਹੀ ਨਾ, ਤੈਨੂੰ ਜੇ ਪਤਾ ਲੱਗ ਗਿਆ ਸੀ। ਕੰਵਰ ਸੰਧੂ ਉਦੋਂ ਆਇਆ ਜਦੋਂ ਇਹ ਵਿਧਾਨ ਸਭਾ ਦੀਆਂ ਚੋਣਾਂ ਦਾ ਟਾਈਮ ਆ ਗਿਆ, ਉਦੋਂ ਉਹ ਆਇਆ। ਤੇ ਕੀ ਲੋੜ ਸੀ ਜੇ ਤੁਸੀਂ ਇਹੀ ਮੁੱਦਾ ਉਠਾਉਣਾ ਸੀਗਾ? ਠੀਕ ਹੈ, ਇਹਦਾ ਮਤਲਬ ਇਹ ਆਏ ਸਾਰੇ ਨਾ ਇਕੱਠੇ ਜਿਹੜੇ ਹੋਏ ਸੀਗੇ ਉਹ ਇੱਕ ਤਰ੍ਹਾਂ ਨਾਲ ਆਪਣੇ ਸਵਾਰਥਾਂ ਨੂੰ ਲੈ ਕੇ ਹੋਏ ਸੀਗੇ। ਫਿਰ ਜਿਉਂ-ਜਿਉਂ ਸਵਾਰਥ ਪੂਰੇ ਨਹੀਂ ਹੋਏ ਤਾਂ ਫਿਰ ਉਹ ਅੰਦਰੂਨੀ ਡੈਮੋਕ੍ਰੇਸੀ ਵਾਲਾ ਮੁੱਦਾ ਉਠਾਉਣ ਲੱਗ ਗਏ। ਇੱਥੇ ਹਰਕਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੌਮੀ ਇਕਾਈ ਆ ਉਹ ਵੀ ਬਿਲਕੁਲ ਅੰਦਰੂਨੀ ਲੋਕਤੰਤਰ ਦੇ ਵਿਰੋਧੀ ਹੈਗੀ ਆ, ਤੇ ਇਹਨਾਂ ਵਿੱਚ ਸ਼ਾਮਲ ਹੋਣ ਵਾਲੇ ਜਿਹੜੇ ਕਿ ਅੱਜ ਦੁਹਾਈ ਪਾ ਰਹੇ ਨੇ ਇਸ ਸਮੇਂ, ਉਹ ਖੁਦ ਵੀ ਜਿਹੜਾ ਹੈਗਾ ਇਸ ਮਾਮਲੇ 'ਚ ਹਮਾਮ 'ਚ ਨੰਗੇ ਨੇ। ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹਜੇ ਤੱਕ ਇਹ ਵੀ ਚਰਚਾਵਾਂ ਨੇ ਕਿ ਵੀ ਜੇ ਨਾ ਕਰੀਏ ਤਾਂ ਸ਼ਾਇਦ ਜੇ ਦਾਲ ਲੱਗ ਜੇ ਤਾਂ ਪੂਰੇ ਸਟੇਟ ਦੇ ਕੇਜਰੀਵਾਲ ਸਾਹਿਬ ਹੀ ਆ ਕੇ ਇੱਥੇ ਜੇ ਮੁੱਖ ਮੰਤਰੀ ਬਣ ਜਾਣ। ਪੁਰਾਣੀ ਗੱਲ, ਲਾਲਸਾ ਤਾਂ ਹੈ ਨਾ। ਕੇਜਰੀਵਾਲ ਨਾ ਇੱਕ ਬਹੁਤ ਮਹੱਤਵਕਾਂਖੀ ਬੰਦਾ, ਉਹ ਸਾਨੂੰ ਮਤਲਬ ਆ ਸਾਰੇ 14 ਤੋਂ ਲੈ ਕੇ ਹੁਣ ਤੱਕ ਦਿਖਾਈ ਦਿੱਤਾ ਹੈਗਾ। ਪਹਿਲਾਂ ਕਿਉਂਕਿ ਸਿੱਧੀ ਗੱਲ ਹੈ ਕਿ ਜੇ ਮਤਲਬ ਕੋਈ ਬੰਦਾ ਨਾ ਲੰਮੀ ਪਾਰੀ ਲੜਨਾ ਚਾਹੁੰਦਾ ਹੁੰਦਾ ਨਾ, ਜਿਹੜੇ ਕਿ ਲੀਡਰਸ਼ਿਪ ਵਾਲੇ ਗੁਣ ਹੁੰਦਾ ਨਾ, ਉਹ ਤਾਂ ਮੇਰਾ ਤਾਂ ਇਹ ਮੰਨਣਾ ਕਿ ਉਹਨੂੰ ਪਹਿਲੀ ਗੱਲ ਤਾਂ ਦਿੱਲੀ ਵਿੱਚ ਵੀ ਆਪ ਨੇ ਮੁੱਖ ਮੰਤਰੀ ਬਣਨਾ ਚਾਹੀਦਾ ਸੀਗਾ। ਕਿ ਤੁਹਾਡੀ ਇੱਕ ਮੂਵਮੈਂਟ ਚੱਲੀ ਹੈ, ਤੁਸੀਂ ਕਹਿੰਦੇ ਵੀ ਚਲੋ ਸਾਰੇ ਜੇ ਵਾਕਿਆ ਸਹੀ ਗੱਲ ਹੈ, ਦਿੱਲੀ 'ਚ ਆਪ ਮੁੱਖ ਮੰਤਰੀ ਨਾ ਬਣਦੇ ਭਾਰਤ ਵੱਲ ਨੂੰ ਤੁਰ ਪੈਂਦੇ, ਗੱਲ ਹੋਰ ਹੋਣੀ ਸੀ। ਭਾਰਤ ਵੱਲ ਨੂੰ ਤੁਰਦਾ ਨਹੀਂ, ਉਹਦਾ ਢੰਗ ਹੀ ਇਹੀ ਹੁੰਦਾ ਜਦੋਂ ਤੁਸੀਂ ਮੂਵਮੈਂਟ ਚਲਾਉਣੇ ਹੋ ਨਾ, ਤੇ ਤੁਸੀਂ ਹੋਰਨਾਂ ਸੂਬਿਆਂ 'ਚ ਮੁੱਖ ਮੰਤਰੀ ਬਣਾਉਂਦੇ ਜਾਓ ਜਿੱਥੇ ਤੁਹਾਡੀ ਹੁਕੂਮਤ ਬਣਦੀ ਆ, ਤੇ ਤੁਸੀਂ ਇੱਕ ਅੰਦੋਲਨਕਾਰੀ ਦੀ ਭੂਮਿਕਾ ਦੇ ਵਿੱਚ, ਕਿਉਂਕਿ ਉਹ ਚਿਹਰਾ ਪਸੰਦ ਸੀ ਲੋਕਾਂ ਨੂੰ, ਚਿਹਰਾ ਇੱਕ ਆਈਕਨ ਬਣ ਗਿਆ ਸੀਗਾ ਵੀ ਤੁਸੀਂ ਇਹਨੂੰ ਲੰਮੀ ਲੜਾਈ ਲੜਨਾ। ਪਰ ਉਹਦੀ ਦੌੜ ਛੋਟੀ ਸੀਗੀ, ਉਹਦੀ ਦੌੜ ਦਿੱਲੀ ਵਾਲੀ ਸੀ ਤੇ ਹੋ ਗਈ ਪੂਰੀ। ਜਦੋਂ ਲੱਗਿਆ ਕਿ ਯਾਰ ਹੁਣ ਪੰਜਾਬ 'ਚ ਵੀ ਦਾਅ ਲੱਗ ਜਾਊਗਾ ਤੇ ਇੱਥੇ ਮੈਂ ਅੱਧਾ ਮੁੱਖ ਮੰਤਰੀ ਪੰਜਾਬ 'ਚ ਪੂਰਾ ਬਣ ਜਾਊਗਾ, ਫਿਰ ਉਹ ਆਪਣੇ ਪੰਜਾਬ ਵਾਲੀ ਜਿਹੜੀ ਹੈਗੀ ਆ ਉਹ ਵੀ ਉਹਨੇ ਆਪਣੀ ਮਨ 'ਚ ਇੱਛਾ ਪਾਲੀ ਰੱਖੀ। ਸੋ ਇਸ ਕਰਕੇ ਹੌਲੀ ਹੌਲੀ ਇਹ ਮਤਲਬ ਜਿਹੜਾ ਨਾ ਬੰਦੇ ਨਾ ਛੇਤੀ ਡਿੱਗਣ ਵਾਲੇ ਹੁੰਦੇ ਨਾ, ਪਤਾ ਲੱਗ ਜਾਂਦਾ ਹੈਗਾ। ਹੁਣ ਜਦੋਂ ਉਹਨੇ ਮਾਫੀਆਂ ਮੰਗੀਆਂ, ਹੁਣ ਮਾਫੀਆ ਮੰਗਣ ਪਿੱਛੇ ਜਿਹੜੇ ਉਹਦੇ ਲੌਜਿਕ ਸੀਗੇ, ਘੱਟੋ ਘੱਟ ਸਾਨੂੰ ਤਾਂ ਨਹੀਂ ਸੱਟ ਲੱਗੀ, ਉਹਨਾਂ ਨੂੰ ਜ਼ਰੂਰ ਲੱਗੀ ਜਿਹੜੇ ਸੁੱਤੇ ਪਈ ਇਹਨੂੰ ਭਗਤ ਸਿੰਘ ਦੇ ਬਰਾਬਰ ਵੀ ਤੁਲਨਾ ਕਰਨ ਲੱਗੇ ਹੋਏ ਸੀਗੇ। ਕਿਉਂਕਿ ਇਹਦਾ ਸਵਾਰਥ ਸੀ ਕਿ ਦੇਖੋ ਜੀ ਮੇਰੇ ਤੇ ਜਿਹੜੇ ਕੇਸ ਚੱਲਦੇ ਨੇ, ਮੈਨੂੰ ਨਾ ਫਿਰ ਡਿਗਣ ਪਊਗਾ ਵੀ ਮੈਂ ਆਪਣਾ ਕੰਮ ਨਹੀਂ ਕਰ ਸਕਦਾ ਹੈਗਾ, ਫਿਰ ਮੈਨੂੰ ਬਾਰ-ਬਾਰ ਅਦਾਲਤਾਂ ਜਾਣਾ ਪੈਂਦਾ। ਇਹ ਇੰਡੀਆ ਦੀ ਸਿਆਸਤ ਵਿੱਚ ਲਾਲੂ ਪ੍ਰਸ਼ਾਦ ਵਰਗੇ ਵੀ ਜਿਹੜੇ ਚਾਹੇ ਕਰਪਸ਼ਨ ਦੇ ਦੋਸ਼ੀ ਗਏ ਨੇ, ਉਹ ਵੀ ਜੇਲ੍ਹ ਜਾਣ ਤੋਂ ਭੋਰਾ ਨਹੀਂ ਡਰੇ ਹੈਗੇ, ਚਾਹੇ ਜਿੰਨੇ ਮਰਜ਼ੀ ਕਰਪਟ ਸੀਗੇ। ਤੇ ਇਹ ਜਿਹੜਾ ਬੰਦਾ ਆਪਣੇ ਆਪ ਨੂੰ ਬੜਾ ਵੱਡਾ ਪਰਿਵਰਤਨਸ਼ੀਲ ਕਹਾਉਂਦਾ ਸੀ, ਇਹ ਸਿਰਫ ਕੇਸਾਂ ਤੋਂ ਡਰਦਾ ਸੀਗਾ, ਅਦਾਲਤਾਂ ਜਾਣ ਤੋਂ ਹੀ ਡਰਦਾ ਸੀਗਾ, ਤੇ ਨੈਤਿਕਤਾ ਕਿੱਥੇ ਰਹੀ ਮਤਲਬ। ਜੀ ਬਿਲਕੁਲ। ਤੇ ਦੂਸਰੇ ਪਾਸੇ ਜੇਕਰ ਹੁਣ ਅਕਾਲੀ ਦਲ ਨੇ ਵੀ ਆਪਣਾ ਇੱਕ ਵਾਰੀ ਵਿਸ਼ਰਾਮ ਚਿੰਨ੍ਹ ਲਾ ਦਿੱਤਾ 100 ਦਿਨ ਯਾਤਰਾ ਨੂੰ, ਤੇ ਕਾਂਗਰਸ ਅਜੇ ਥੋੜੀ ਜੀ ਚੁੱਪ ਚਪੀਤੀ, ਕਾਂਗਰਸ ਦਾ ਰੌਲਾ ਰੱਪਾ ਜਾਂ ਮੱਠਾ ਪਿਆ ਹੋਇਆ ਲੱਗਦਾ ਥੋੜਾ ਜਿਹਾ ਪੰਜਾਬ ਦੇ ਵਿੱਚ ਨਾ। ਉਹ ਇਸ ਸਮੇਂ ਹਾਲਤ ਇਹ ਹੈ ਕਿ ਦੇਖੋ, ਮੈਂ ਤਾਂ ਜਿਹੜੀ ਆਪਣੀ ਸੁਰਤ 'ਚ ਦੇਖਿਆ ਬਚਪਨ ਤੋਂ ਲੈ ਕੇ ਗੱਲ ਕਰਾਂ ਕਿ ਪੰਜਾਬ 'ਚ ਨਾ ਵਿਧਾਨ ਸਭਾ ਦਾ ਚਾਅ ਪਹਿਲਾਂ ਹੀ ਚੜ ਜਾਂਦਾ ਹੁੰਦਾ ਸੀਗਾ। ਬਸ ਇੱਕ ਟਾਈਮ ਸੀਗਾ ਜਦੋਂ ਆਪਾਂ 92 ਵਾਲਾ ਟਾਈਮ ਦੇਖਿਆ ਵੀ ਉਦੋਂ ਇੰਨੀ ਚਾਅ ਸੀਗਾ, ਉਦੋਂ ਵੋਟਾਂ ਵੀ ਬਹੁਤ ਘੱਟ ਪਈਆਂ ਸੀਗੀਆਂ। ਲੇਕਿਨ ਇਹ ਤੋਂ ਪਹਿਲਾਂ ਹੀ ਆਪਾਂ ਜੇ ਦੇਖੀਏ ਤੇ 8-9 ਮਹੀਨੇ ਪਹਿਲਾਂ ਹੀ ਇੱਕ ਮਾਹੌਲ ਜਿਹਾ ਤਿਆਰ ਹੋ ਜਾਂਦਾ ਸੀਗਾ ਵੀ ਹੁਣ ਤਾਂ ਜੀ ਇਲੈਕਸ਼ਨ ਹੋਣੀ ਹੈ। ਹੁਣ ਕੋਈ ਮਾਹੌਲ ਹੀ ਨਹੀਂ ਹੈਗਾ, ਮਤਲਬ ਲੋਕਾਂ ਦੇ ਅੰਦਰ ਅੰਦੋਲਨ ਵਾਲੀ ਅੱਗ ਆ ਪੂਰੀ ਤਰ੍ਹਾਂ। ਉਹਨੇ ਲੋਕਾਂ ਨੂੰ ਸੁਚੇਤ ਵੀ ਕੀਤਾ, ਸੁਚੇਤ ਕਰਕੇ ਲੋਕ ਸਵਾਲ ਵੀ ਪੁੱਛ ਰਹੇ ਨੇ, ਪੁਰਾਣੀਆਂ ਪਾਰਟੀਆਂ ਨੂੰ ਵੀ ਪੁੱਛਣਗੇ, ਭਾਵੇਂ ਕਿ ਅਕਾਲੀ ਦਲ ਇਹ ਹੁਣ ਕਹਿ ਸਕਦਾ ਕਿ ਮੈਂ ਤਾਂ ਜੀ ਵੱਖਰਾ ਹੋ ਗਿਆ ਭਾਜਪਾ ਤੋਂ, ਪਰ ਤੁਸੀਂ ਕਾਨੂੰਨਾਂ ਨੂੰ ਜਸਟੀਫਾਈ ਠਹਿਰਾਉਂਦੇ ਰਹੇ ਹੋ, ਤੁਸੀਂ ਜਿਹੜਾ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹੋ, ਬੀਬੀ ਹਰਸਿਮਰਤ ਬੋਲਦੀ ਰਹੀ, ਸੁਖਬੀਰ ਬੋਲਦਾ ਰਿਹਾ, ਪ੍ਰਕਾਸ਼ ਸਿੰਘ ਬਾਦਲ ਬੋਲਦਾ ਰਿਹਾ। ਲੋਕਾਂ ਨੇ ਥੋੜਾ 10 ਸਾਲ ਦਾ ਕਾਰਜਕਾਲ ਦੇਖਿਆ, ਕਿਉਂਕਿ ਅੰਦੋਲਨ ਸਿਰਫ ਤੁਹਾਨੂੰ ਖੇਤੀ ਕਾਨੂੰਨਾਂ ਤੱਕ ਹੀ ਸੁਚੇਤ ਨਹੀਂ ਕਰਦਾ। ਅੰਦੋਲਨ ਦੇ ਵਿੱਚ ਜਿਹੜੇ ਕਿਸਾਨਾਂ ਦੇ ਆਗੂ ਜਾਂ ਉੱਥੇ ਬੁੱਧੀਜੀਵੀ ਬੋਲਦੇ ਨੇ ਨਾ, ਲੋਕਾਂ ਨੇ ਉਹਨੂੰ ਸੁਣਿਆ 9 ਮਹੀਨੇ ਲਗਾਤਾਰ। ਪੰਜਾਬ 'ਚ 12 ਮਹੀਨੇ ਹੋ ਗਏ ਉਹਨਾਂ ਨੂੰ, ਸਾਲ ਹੋ ਗਿਆ ਸੁਣਦਿਆਂ ਨੂੰ। ਉਹਨਾਂ ਨੇ ਲੋਕਾਂ ਦੀਆਂ ਅੱਖਾਂ ਦਿਮਾਗ ਖੋਲਿਆ ਵਾ, ਤੇ ਉਹ ਹੁਣ ਸਵਾਲ ਕਰਨ ਲੱਗੇ ਨੇ, ਕਿਉਂਕਿ ਪੰਜਾਬ ਦੀ ਫਿਤਰਤ ਹੀ ਇਹੀ ਹੈ ਕਿ ਪੰਜਾਬ ਹਰੇਕ ਨਵੀਂ ਮੂਵਮੈਂਟ ਨੂੰ, ਪੰਜਾਬ ਹਰੇਕ ਨਵੇਂ ਵਿਚਾਰ ਨੂੰ ਛੇਤੀ ਅਪਣਾਉਂਦਾ। ਤੇ ਥੋੜਾ ਜਿਹਾ ਵੈਸੇ ਨਾ ਇਹ ਗੱਲ ਮੈਨੂੰ ਯਾਦ ਆ, ਜਦੋਂ ਕਿਸੇ ਕਾਰਪੋਰੇਟ ਘਰਾਣੇ ਦੀ ਬੜੀ ਉੱਥੇ ਇੱਕ ਬੰਬੇ ਮੀਟਿੰਗ ਸੀ ਐਡ ਗੁਰੂਜ਼ ਦੀ ਤੇ ਹੋਰ, ਤੇ ਉਹ ਕਹਿੰਦੇ ਸੀਗੇ ਕਿ ਜੇਕਰ ਇੰਡੀਆ ਦੇ ਵਿੱਚ ਕੋਈ ਪ੍ਰੋਡਕਟ ਲਾਂਚ ਕਰਨਾ ਤੇ ਕਹਿੰਦੇ ਪੰਜਾਬ ਨੂੰ ਕਹਿੰਦੇ ਪਹਿਲਾਂ ਲਾਂਚ ਕਰੋ, ਕਿਉਂਕਿ ਉੱਥੋਂ ਕਹਿੰਦੇ ਪੰਜਾਬ ਤੋਂ ਜੋ ਪ੍ਰੋਡਕਟ ਲਾਂਚ ਹੋਊਗਾ, ਜੋ ਉਹਦੀ ਕੀ ਕਹਿੰਦੇ ਆਪਾਂ ਬਣ ਗਈ ਪੰਜਾਬ ਦੀ ਇੱਕ ਥਿੰਕਿੰਗ ਬਣ ਗਈ ਉਸ ਪ੍ਰੋਡਕਟ ਬਾਰੇ, ਉਹਨੂੰ ਕਹਿੰਦੇ ਸਾਰਾ ਇੰਡੀਆ ਹੀ ਲਗਭਗ ਫੋਲੋ ਕਰਦਾ।
ਬ੍ਰਾਂਡ ਹੋਵੇ, ਭਾਵੇਂ ਬੰਬੇ ਦੇ ਬਰਾਬਰ ਪੰਜਾਬ ਦੀ ਮਾਰਕੀਟ ਨੂੰ ਗਿਣਿਆ ਜਾਂਦਾ ਸੀ ਟ੍ਰੈਂਡ ਸੈਟਰ ਦੇ ਤੌਰ ਦੇ ਉੱਤੇ। ਇਹ ਐਕਚੁਅਲੀ ਜਿਹੜੀ ਨਾ ਇਹ ਉਦਾਹਰਨ ਹੈ, ਖੈਰ ਮੇਰੀ ਜਾਣਕਾਰੀ 'ਚ ਨਵਾਂ ਇਜ਼ਾਫਾ ਕੀਤਾ, ਮੇਰੇ ਨੌਲੇਜ ਨਹੀਂ ਸੀ, ਪਰ ਇੱਥੋਂ ਇਹਨੂੰ ਐਂ ਵੀ ਦੇਖ ਸਕਦੇ ਆਪਾਂ ਕਿ ਪੰਜਾਬ ਜਦੋਂ ਨਵੇਂ ਵਿਚਾਰ ਨੂੰ ਛੇਤੀ ਅਡਾਪਟ ਕਰਦਾ ਨਾ, ਨਵੇਂ ਵਿਚਾਰ 'ਚ ਹੀ ਸਾਰਾ ਕੁਝ ਪਿਆ ਹੁੰਦਾ, ਮਤਲਬ ਨਵੇਂ ਵਿਚਾਰ ਦੇ ਵਿੱਚ ਹੀ ਪ੍ਰੋਡਕਟ ਵੀ ਆ ਜਾਂਦਾ, ਨਵੇਂ ਵਿਚਾਰ, ਕਿਉਂਕਿ ਗੱਲ ਤਾਂ ਵਿਚਾਰ ਤੋਂ ਸ਼ੁਰੂ ਹੁੰਦੀ ਹੈ ਨਾ। ਪੰਜਾਬ ਨੇ ਹਰੇਕ ਨਵੇਂ ਵਿਚਾਰ ਨੂੰ, ਨਵੀਂ ਧਾਰਾ ਨੂੰ, ਤੇ ਚਾਹੇ ਕੋਈ ਨਵੀਂ ਤਹਿਰੀਕ ਆ, ਉਹਨੂੰ ਬੜੀ ਛੇਤੀ ਐਕਸੈਪਟ ਕੀਤਾ। ਉਹ ਥੋੜਾ ਜਜ਼ਬਾਤੀ ਹੈ ਪੰਜਾਬ ਇਸ ਮਾਮਲੇ ਵਿੱਚ, ਉਹ ਚੇਂਜ ਵੀ ਚਾਹੁੰਦਾ। ਹਾਲਾਂਕਿ ਦਿੱਕਤ ਇਹ ਹੈਗੀ ਹੈ ਵੀ ਪੰਜਾਬ ਨੂੰ ਇਹ ਨਹੀਂ ਪਤਾ ਕਿ ਚੇਂਜ ਕਿੱਦਾਂ ਦੀ ਹੋਵੇ ਪੰਜਾਬੀਆਂ ਨੂੰ, ਪਰ ਉਹ ਚੇਂਜ ਚਾਹੁੰਦਾ, ਚਾਹੇ ਉਹ ਆਮ ਆਦਮੀ ਪਾਰਟੀ ਦੇ ਰੂਪ 'ਚ ਦੇਖੋ, ਚਾਹੇ ਉਹ ਫਿਰ ਜਦੋਂ ਖਾਲਿਸਤਾਨੀ ਮੂਵਮੈਂਟ ਚੱਲੀ, ਮੈਂ ਖਾਲਿਸਤਾਨੀ ਮੂਵਮੈਂਟ ਦਾ ਵਿਰੋਧੀ ਹਾਂ, ਪਰ ਇਹ ਤਾਂ ਹੈ ਨਾ ਇੱਕ ਮੂਵਮੈਂਟ ਤਾਂ ਸੀ ਨਾ, ਉਹਨੂੰ ਪੰਜਾਬ ਦੇ ਲੋਕਾਂ ਨੇ ਐਕਸੈਪਟ ਕੀਤਾ। ਚਾਹੇ ਉਹ ਨਕਸਲਾਈਟ ਮੂਵਮੈਂਟ ਸੀ, ਉਹਨੂੰ ਐਕਸੈਪਟ ਕੀਤਾ, ਚਾਹੇ ਉਹ ਫਿਰ ਗੁਰਬਾਣੀ ਆਈ, ਭਗਤੀ ਮੂਵਮੈਂਟ ਆਈ, ਮੈਂ ਪੁਰਾਣੀਆਂ ਗੱਲਾਂ ਕਰ ਰਿਹਾ, ਤੇ ਮਤਲਬ ਪੰਜਾਬੀਆਂ ਨੇ ਹੁਣ ਹਰੇਕ ਨਵੀਂ ਧਾਰਾ ਨੂੰ ਜਿਹੜਾ ਐਕਸੈਪਟ ਕੀਤਾ ਹੈਗਾ। ਸੋ ਇਸ ਕਰਕੇ ਪੰਜਾਬੀ ਜਦੋਂ ਕਿਸਾਨ ਮੂਵਮੈਂਟ ਚੱਲੀ ਤੇ ਪੰਜਾਬੀਆਂ ਨੇ ਇਹਨੂੰ ਇਹਦੇ ਨਾਲ ਕਿਉਂਕਿ ਪੰਜਾਬ ਚੋਂ ਪੈਦਾ ਹੋਈ ਇਹ, ਤੇ ਪੰਜਾਬ ਇਹਨਾਂ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਬੁੱਧੀਜੀਵੀ ਆ, ਉਹ ਜਦੋਂ ਗੱਲ ਕਰਦੇ ਨੇ ਤਾਂ ਉਹ ਗੱਲ ਹੁੰਦੀ ਕਾਰਪੋਰੇਟ ਸਿਸਟਮ ਤੱਕ ਆ ਗਈ, ਗੱਲ ਹੁੰਦੀ ਇਹ ਪਾਰਟੀਆਂ ਦੇ ਢਾਂਚੇ ਤੱਕ ਆ ਗਈ। ਇਹ ਲੋਕਾਂ ਨੂੰ ਜਿਹੜਾ ਹੈਗਾ ਸੁਚੇਤ ਕੀਤਾ ਜੇ ਭਾਈ ਜੀ, ਇਹ ਤਾਂ ਹੁਣ ਮਤਲਬ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀ ਵੀ ਕੋਈ ਆਊਗੀ, ਹੁਣ ਪਤਾ ਨਹੀਂ ਕਿਸਾਨ ਜਥੇਬੰਦੀਆਂ ਨੇ ਕੀ ਫੈਸਲਾ ਲੈਣਾ, ਲੇਕਿਨ ਇੱਕ ਚੀਜ਼ ਸਾਫ਼ ਹੈ ਕਿ ਕਿਸਾਨੀ ਦਾ ਮੁੱਦਾ ਜਿਹੜਾ ਹੈਗਾ ਸਾਨੂੰ ਪ੍ਰਮੁੱਖ ਰੱਖਣਾ ਹੀ ਪੈਣਾ ਹੈਗਾ। ਅੱਛਾ, ਫਿਰ ਕਿਸਾਨੀ ਦੇ ਮੁੱਦੇ ਦੇ ਉੱਤੇ ਆਪਾਂ ਆ ਗਏ ਤਾਂ ਕਿਸਾਨ ਜਿਹੜੇ ਆਪਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੋਲੀਟੀਕਲ ਪਾਰਟੀਆਂ ਨਾਲ ਜਿਹੜੀ ਗੱਲਬਾਤ ਰੱਖੀ ਹੈ, ਕਿਉਂ ਰੱਖੀ ਗਈ ਹੈ? ਇਹਦੇ ਵਿੱਚ ਹੁਣ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਸੀ ਵੀ ਜਿਹੜੀਆਂ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ, ਉਹ ਕਹਿੰਦੀਆਂ ਸੀਗੀਆਂ ਕਿ ਅਸੀਂ ਤਾਂ ਭਾਈ ਤੁਹਾਡੇ ਹੱਕ ਦੇ ਵਿੱਚ ਹੈਗੇ ਆ, ਸਾਡਾ ਵੀ ਕਿਉਂ ਵਿਰੋਧ ਹੁੰਦਾ ਹੈਗਾ। ਤੇ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਸੀਗਾ ਵੀ ਇੱਕ ਪਾਰਟੀ ਨੂੰ ਛੱਡ ਕੇ, ਜਿਵੇਂ ਬੀਜੇਪੀ ਉਹਦੇ ਭਾਈਵਾਲਾਂ ਨੂੰ ਛੱਡ ਕੇ, ਕਿਸੇ ਦੇ ਨਾਲ ਮਤਲਬ ਹੋਰ ਨਹੀਂ ਤੁਸੀਂ ਵੋਟ ਪਾਉਣੀ ਹੈਗੀ। ਹੁਣ ਇਸ ਮੁੱਦੇ ਨੂੰ ਲੈ ਕੇ ਵੀ ਉਹ ਪਾਰਟੀਆਂ ਕਹਿੰਦੀਆਂ ਵੀ ਤਾਂ ਸਾਡਾ ਵੀ ਵਿਰੋਧ ਹੋ ਰਿਹਾ ਹੈਗਾ। ਹੁਣ ਇਸ ਸੰਯੁਕਤ ਮੋਰਚੇ ਨੇ ਇੱਕ ਗੱਲ ਅਪੀਲ ਕੀਤੀ ਸੀ ਇਹਨਾਂ ਨੂੰ ਵੀ ਭਾਈ ਵੀ ਤੁਸੀਂ ਇੱਕ ਕੰਮ ਤਾਂ ਕਰ ਸਕਦੇ ਹੋ ਨਾ, ਵੀ ਤੁਸੀਂ ਸਾਨੂੰ ਐਡੀ ਕਾਹਲੀ ਕੀ ਪਈ ਹੋਈ ਆ ਵੀ ਤੁਸੀਂ ਜਿਹੜਾ ਹੁਣੇ ਤੋਂ ਹੀ ਉਹ ਕਰਨ ਲੱਗੇ ਹੋ, ਆਪਣਾ ਪਾਰਟੀ ਦੀਆਂ ਐਕਟੀਵਿਟੀ ਸ਼ੁਰੂ ਕਰ ਦਿੱਤੀ, ਐਡੀ ਵੀ ਕੀ ਅੱਗ ਲੱਗੀ? ਹਾਂ, ਵੀ ਇਹਨੂੰ ਰੋਕ ਲਓ ਥੋੜਾ ਜਿਹਾ, ਜਿਹੜਾ ਮਤਲਬ ਕਿਉਂਕਿ ਆਮ ਤੌਰ ਤੇ 2 ਮਹੀਨੇ ਹੁੰਦਾ ਬਾਈ ਜੀ, 2 ਮਹੀਨੇ ਬਹੁਤ ਹੁੰਦੇ ਨੇ। ਚੋਣ ਕਮਿਸ਼ਨ ਵੀ ਆਹੀ ਤੁਹਾਨੂੰ ਮਹੀਨਾ ਕੀ ਦਿੰਦਾ ਹੈਗਾ, ਸਾਰਾ ਮਹੀਨਾ 1.5 ਮਹੀਨਾ ਦਿੰਦਾ ਹੈਗਾ। ਇਹ ਮਹੀਨਾ 1.5 ਮਹੀਨਾ 2 ਮਹੀਨੇ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ। ਜਿਹੜਾ ਤੁਸੀਂ 5 ਮਹੀਨੇ ਪਹਿਲਾਂ ਹੋ ਹੱਲਾ ਕਰਨ ਲੱਗ ਜਾਓਗੇ, ਇਹਦੇ ਵਿੱਚ ਤੁਹਾਡੀ ਕੋਸ਼ਿਸ਼ ਕੀ ਹੈ ਵੀ ਉਹ ਸਾਰੀਆਂ ਗੱਲਾਂ ਹਾਈਲਾਈਟ ਹੋਣ ਲੱਗ ਜਾਂਦੀਆਂ ਕਿ ਫਲਾਣੇ ਦੀ ਰੈਲੀ ਆ ਗਈ, ਉਹਦੇ ਵਿੱਚ ਬੰਦੇ ਇਕੱਠੇ ਕਰੋ ਜੀ, ਉਹਦੇ ਵਿੱਚ ਸ਼ਰਾਬਾਂ ਪਿਲਾਓ ਜੀ, ਫਿਰ ਹੋ ਜੂ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹ ਇੱਕ ਤਰ੍ਹਾਂ ਨਾਲ ਉਹਨੂੰ ਸਿੱਧਾ ਫਰਕ ਪਊਗਾ। ਫਿਰ ਨਾਲੇ ਜੀ ਭਾਈਚਾਰਕ ਸਾਂਝ ਦੇ ਵਿੱਚ ਬਹੁਤ ਵੱਡਾ ਫਰਕ ਪੈਂਦਾ। ਉਹ ਦੂਜੀਆਂ ਪਾਰਟੀਆਂ ਵਾਲੇ ਬੰਦੇ ਰਲ ਜਾਂਦੇ, ਆਪਸ ਵਿੱਚ ਕੀੜਾ ਕੱਢਣ ਲੱਗ ਜਾਂਦੇ, ਕਹਿੰਦੇ ਨਾ ਵੀ ਉਹ ਧੀਏ ਕੰਨ ਕਰ ਨੋਹੇ ਗੱਲ ਸੁਣ, ਕੀ ਕਹਾਵਤ ਜੀ ਹੁੰਦੀ ਹੈ, ਹਾਂਜੀ, ਜੇ ਨੋਹੇ ਕੰਨ ਗੱਲ ਸੁਣ ਧੀਏ ਕੰਨ ਕਰ, ਉਹ ਚੀਜ਼ ਆ ਕਿ ਉਹਦੇ ਵਿੱਚ ਮੈਂ ਦੇਖਿਆ ਕਿ ਹੁਣ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਉਹ ਤੁਸੀਂ ਜੋ ਆਏ ਫਲਾਨੇ ਆ ਗਏ ਧਮਕੀਆਂ, ਉਹਦੇ ਨਾਲ ਭਾਈਚਾਰਕ ਸਾਂਝ ਦੀ ਪਾੜ ਪੈਂਦੀ ਨਜ਼ਰ ਆਈ ਮੈਨੂੰ, ਵੀ ਕੱਲ ਨੂੰ ਇਹ ਗੱਲਾਂ ਵਧਣੀਆਂ, ਫਿਰ ਕੱਲ ਨੂੰ ਕਾਂਗਰਸ ਦੀ ਹੋਊਗੀ, ਅਕਾਲੀ ਦਲ ਵਾਲੇ ਜੁੜੇ ਕਹਿਣਗੇ ਵੇਖੋ ਤੁਸੀਂ ਕਿੱਧਰ, ਫਿਰ ਡਾਂਗੋ ਸੋਟੀ ਹੋਣਗੇ। ਆਪ ਗੱਲ ਕਹਿਣੀ ਬੜੀ ਸੌਖੀ ਹੈ, ਘੁਆਉਣੀ ਬੜੀ ਔਖੀ ਹੈ। ਤੁਸੀਂ ਕਹਿ ਤਾਂ ਫੁਰ ਦਿੰਨੇ, ਪਰ ਜਦੋਂ ਤੁਹਾਨੂੰ ਕੋਈ ਕਹਿੰਦਾ ਫਿਰ ਉਦੋਂ ਜਦੋਂ ਮਿਰਚਾਂ ਲੱਗਦੀਆਂ ਫਿਰ ਤੁਸੀਂ ਰੌਲਾ ਪਾਉਣੇ। ਇਹ ਵੀ ਇੱਕ ਬਹੁਤ ਵੱਡੀ, ਬਿਲਕੁਲ ਸਹੀ 100% ਦੀ ਸਹੀ ਗੱਲ ਕੀਤੀ ਤੁਸੀਂ। ਇਹਦੇ ਵਿੱਚ ਇਹੀ ਮੁੱਦੇ ਨਾ ਜਿਹੜੇ ਹੈਗੇ ਨੇ ਪ੍ਰਮੁੱਖ ਹੋਣਗੇ ਜਿਹੜੀ ਮੀਟਿੰਗ ਦੇ ਵਿੱਚ। ਹੁਣ ਦੇਖਣਾ ਹੈਗਾ ਕਿਉਂਕਿ ਇਹ ਤਾਂ ਇਹਨਾਂ ਨੂੰ ਤਾਂ ਜਿਵੇਂ ਆਪਾਂ ਪੰਜਾਬੀ ਕਹਿੰਦੇ ਨਾ ਵੀ ਅੱਗ ਲੱਗੀ ਹੋਈ ਆ ਵੀ ਅਸੀਂ ਫਟਾਫਟ ਆਪਣੀਆਂ ਰੈਲੀਆਂ ਕਰੀਏ, ਪਰ ਜਿਹੜੀ ਜੇਕਰ ਜਿਵੇਂ ਕਿਸਾਨ ਮੋਰਚਾ ਕਹਿ ਰਿਹਾ ਵੀ ਜੇਕਰ ਤੁਸੀਂ ਸੱਚੀ ਪੰਜਾਬ ਦੇ ਜਾਂ ਕਿਸਾਨ ਅੰਦੋਲਨ ਦੇ ਹੱਕ ਵਿੱਚੋਂ, ਤਾਂ ਤੁਹਾਨੂੰ ਆਪਣੀਆਂ ਜਿਹੜੀਆਂ ਹਲੇ ਰੈਲੀਆਂ ਥੋੜੇ ਚਿਰ ਰੋਕਣੀਆਂ ਪੈਣਗੀਆਂ, ਤੇ ਇਹਦੇ ਤੇ ਵਿਚਾਰ ਹੋਣ ਦੀ ਉਮੀਦ ਹੈਗੀ ਹੈ। ਤੇ ਜੇਕਰ ਇਹ ਸੱਚੀ ਮੁੱਚੀ ਪੰਜਾਬ ਦਾ ਭਲਾ ਚਾਹੁੰਦੇ ਨੇ ਜਾਂ ਕਿਸਾਨ ਮੂਵਮੈਂਟ, ਕਿਸਾਨ ਅੰਦੋਲਨ ਦੇ ਪੱਖੀ ਨੇ, ਤਾਂ ਇਮਾਨਦਾਰੀ ਇਹਨਾਂ 'ਚ ਹੈਗੀ ਹੈ ਤਾਂ ਇਹ ਆਪਣੀਆਂ ਕਾਰਵਾਈਆਂ ਰੋਕਣਗੇ, ਨਹੀਂ ਫਿਰ ਨੰਗੇ ਹੋਣਗੇ ਜਨਤਾ ਦੇ ਵਿੱਚ। ਬਿਲਕੁਲ ਸਹੀ ਗੱਲ ਹੈ। ਤੇ ਕਰਨਾਲ ਦੇ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕਿੱਥੇ ਤੱਕ ਪੁੱਜੀ ਹੈ ਜੀ? ਪ੍ਰਸ਼ਾਸਨ ਇਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਐਕਚੁਅਲੀ ਮੈਂ ਤੁਹਾਨੂੰ ਥੋੜੇ ਦੱਸਿਆ ਕਿ ਮੈਂ 2 ਦਿਨ ਕਰਨਾਲ ਹੀ ਸੀਗਾ ਆਪਣਾ ਦਾਨੇਵਾਲੀ ਸਾਹਿਬ। ਅੱਜ ਹੀ ਮੇਰੀ ਵਾਪਸੀ ਹੋਈ ਆ, ਮੈਂ 3 ਤਰੀਕ ਤੱਕ ਮੈਂ ਦਿੱਲੀ ਸੀ, ਉਸ ਤੋਂ ਬਾਅਦ ਵਿੱਚ 4, 5, 6, 7 ਨੂੰ ਕਿਹਾ 2-3 ਦਿਨ ਉੱਥੇ ਨੈਟ ਵਗੈਰਾ ਸਾਰਾ ਬੰਦ ਸੀਗਾ। ਤੇ ਅੱਜ ਥੋੜਾ ਜਿਹਾ ਕਰਨਾਲ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆ
ਉੱਥੇ ਇਹਨਾਂ ਨੇ ਪਰਸੋਂ ਕੱਲ ਦੀ ਗੱਲ ਕੱਲ ਨੈਟ ਫਿਰ ਸਵੇਰੇ ਅੱਜ ਫੇਰ ਬੰਦ ਕਰਤਾ ਮੈਨੂੰ ਲੱਗਦਾ। ਅੱਜ ਮੈਂ ਆ ਗਿਆ ਸੀ ਵਾਪਸ। ਅੱਜ ਉਦੋਂ ਤੱਕ ਤਾਂ ਸੀਗਾ ਕਰੀਬ 3 ਵਜੇ ਤੱਕ ਤਾਂ ਨੈਟ ਵਗੈਰਾ ਚੱਲਦਾ ਸੀਗਾ, ਉਸ ਤੋਂ ਬਾਅਦ ਵਿੱਚ ਮੈਂ ਕਹਿ ਨਹੀਂ ਸਕਦਾ। ਤੇ ਕੱਲ ਮਤਲਬ ਇਹਨਾਂ ਨੇ ਸਵੇਰੇ ਹੀ ਚਲਾਇਆ, 5 ਡਿਸਟ੍ਰਿਕਟ ਵਿੱਚ ਬੰਦ ਸੀਗਾ। ਤੇ ਉੱਥੇ ਹੁਣ ਕਹਾਣੀ ਇਹ ਹੈਗੀ ਹੈ, ਜਿਹੜੀਆਂ 2 ਦਿਨ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਉੱਥੇ ਵੀ ਮੈਂ ਉਦੋਂ ਸੀਗਾ। ਉਦੋਂ ਉਹ ਮੀਟਿੰਗ 'ਚ ਤਾਂ ਕੋਈ ਹੱਲ ਨਿਕਲਿਆ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਤਾਂ ਪ੍ਰਸ਼ਾਸਨ ਆਪਣੇ ਢੰਗ ਦੇ ਉੱਤੇ ਅੜਿਆ ਹੋਇਆ। ਉਹਦਾ ਕਾਰਨ ਮੇਨ ਕੀ ਹੈ ਵੀ ਉਹ ਤਾਂ ਕਹਿੰਦਾ ਕਿ ਦੇਖੋ ਜੀ ਅਸੀਂ ਨਾ ਪਹਿਲਾਂ ਤਾਂ ਸੁਤੰਤਰ ਜਾਂਚ ਕਰਾਵਾਂਗੇ, ਫਿਰ ਜੇ ਜਾਂਚ ਵਿੱਚ ਜਿਹੜਾ ਵੀ ਦੋਸ਼ੀ ਹੋਇਆ, ਚਾਹੇ ਕਿਸਾਨ ਹੀ ਦੋਸ਼ੀ ਹੋਣ, ਫਿਰ ਅਸੀਂ ਸਜ਼ਾ ਦੇਣਗੇ। ਮਤਲਬ ਕਹਿਣ ਦਾ ਗੱਲ ਹੈ ਤੁਸੀਂ ਇੱਕ ਮਜ਼ਾਕ ਕਰ ਰਹੇ ਹੈਗੇ ਹੋ। ਵੀਡੀਓ ਪਈ ਹੈ, ਵੀਡੀਓ ਵਿੱਚ ਤੁਹਾਡਾ ਜਿਹੜਾ ਅਧਿਕਾਰੀ ਸ਼ਰੇਆਮ ਇਹ ਗੱਲਾਂ ਕਹਿ ਰਿਹਾ ਵੀ ਤੁਸੀਂ ਕਿਸਾਨਾਂ ਦੇ ਸਿਰ ਉਹ ਕਰਨੇ ਹੈਗੇ ਨੇ। ਤੇ ਇਹਦੇ ਵਿੱਚ ਤੁਸੀਂ ਜਾਂਚ ਕਰਨੀ ਹੈ, ਉਹਦੇ ਤੇ ਪਰਚਾ ਦਰਜ ਕਰੋ ਪਹਿਲਾਂ, ਫਿਰ ਕਰੀ ਜਾਓ ਜਾਂਚ। ਜਦੋਂ ਤੁਸੀਂ ਵੈਸੇ ਵੀ ਬਿਨਾਂ ਮਤਲਬ ਤੋਂ ਵੀ ਤਾਂ ਕਿਸੇ ਨੂੰ ਕਹਿ ਦਿੱਤਾ ਵੀ ਇਹ ਦੇਸ਼ ਧਰੋਹੀ ਹੈ, ਸੈਡੀਸ਼ਨ ਲਾ ਦਿੱਤਾ, ਉਹਦੇ ਤੇ ਵੀ ਕਿਹੜਾ ਬਿਨਾਂ ਜਾਂਚ ਕਰਕੇ ਤੁਸੀਂ ਪਰਚਾ ਦਰਜ ਕਰਦੇ ਹੈਗੇ ਹੋ। ਕਿਸੇ ਨੂੰ ਮਤਲਬ ਹੋਰ ਵਿਰੋਧੀ ਦੇ ਉੱਤੇ ਜਿਹੜਾ ਹੈਗਾ ਮਾਮਲਾ ਦਰਜ ਕਰਦੇ ਉਦੋਂ ਕਿਹੜਾ ਜਾਂਚ ਕਰਕੇ ਕਰਦੇ ਹੋ ਤੁਸੀਂ। ਕਿਸਾਨ ਇਹੀ ਤਾਂ ਕਹਿ ਰਹੇ ਨੇ ਵੀ ਆਪਣੀ ਜਾਂਚ ਕਰਨੀ ਹੈ, ਕਰੀ ਜਾਓ ਪਹਿਲਾਂ, ਉਹਦੇ ਤੇ ਪਰਚਾ ਦਾ ਦਰਜ ਹੋਵੇ। ਤੁਸੀਂ ਹੁਣ ਉਹਨੂੰ ਜਿਹੜਾ ਉਹਦਾ ਵਿਭਾਗ ਬਦਲਿਆ ਉਹ ਵੀ ਤਰੱਕੀ ਦੇ ਕੇ ਬਦਲਿਆ ਹੈਗਾ। ਤੇ ਤੁਹਾਡੀ ਹੁਣ ਬੋਲਬਾਣੀ ਹੈਗੀ ਆ, ਉਹਦੇ ਤੋਂ ਤੁਸੀਂ ਸਾਫ਼ ਹੈ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਅਧਿਕਾਰੀ ਨੇ ਜਿਹੜਾ ਕੀਤਾ ਸਰਕਾਰ ਦੇ ਇਸ਼ਾਰੇ ਉੱਤੇ ਕੀਤਾ। ਹੁਣ ਵੱਡਾ ਮਸਲਾ ਜਦੋਂ ਮੈਂ ਉੱਥੇ ਕੁਝ 1-2 ਸੀਨੀਅਰ ਨਾਲ ਗੱਲ ਕਰ ਰਿਹਾ ਸੀ ਤਾਂ ਜਰਨਲਿਸਟ ਨਾਲ ਹਰਿਆਣੇ ਦੇ ਸੀ ਜਿਹੜੇ, ਉਹ ਕਹਿੰਦੇ ਕਿ ਮੇਨ ਮਸਲਾ ਤਾਂ ਇਹ ਹੈ ਕਿ ਜੇ ਇਹ ਮਤਲਬ ਕੋਈ ਕਾਰਵਾਈ ਕਰਦੇ ਆ ਫਿਰ ਜਿਹੜੇ ਅਧਿਕਾਰੀ ਨੇ ਜਿਹੜੇ ਸਰਕਾਰੀ ਅਧਿਕਾਰੀ ਆ ਇਹ ਇਹਨਾਂ ਦੇ ਮਗਰ ਪੈਣਗੇ ਵੀ ਸਾਡੇ ਕੋਲੋਂ ਤੁਸੀਂ ਖੁਦ ਤਾਂ ਪੁੱਠੇ ਕੰਮ ਕਰਾਉਣੇ ਹੋ, ਫਿਰ ਜਿਹੜਾ ਉਸ ਤੋਂ ਬਾਅਦ ਵਿੱਚ ਸਾਨੂੰ ਹੀ ਤੁਸੀਂ ਫਸਾਉਣੇ ਹੈਗੇ ਹੋ। ਫਿਰ ਮਤਲਬ ਉਹ ਜਿਹੜਾ ਇੱਕ ਇਹ ਅਫਸਰਸ਼ਾਹੀ ਹੈ ਨਾ, ਉਹਦਾ ਵੀ ਖਤਰਾ ਨਹੀਂ ਮੁੱਲ ਲੈਣਾ ਚਾਹੁੰਦੇ ਹੈਗੇ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੋਈ ਵੀ ਅਧਿਕਾਰੀ ਸਿੱਧੇ ਉਦੋਂ ਤੱਕ ਇਸ ਤਰ੍ਹਾਂ ਦਾ ਫਰਮਾਨ ਨਹੀਂ ਜਾਰੀ ਕਰ ਸਕਦਾ, ਇਸ ਤਰ੍ਹਾਂ ਦਾ ਕਹਿ ਨਹੀਂ ਸਕਦਾ ਜਿੰਨਾ ਚਿਰ ਉਹਨੂੰ ਉੱਤੋਂ ਆਰਡਰ ਨਾ ਆਇਆ ਹੋਵੇ। ਅਤੇ ਇਹ ਚੀਜ਼ਾਂ ਸਾਰੀਆਂ ਹੁਣ ਵੀ ਤੁਸੀਂ ਦੇਖੋ, ਖੱਟੜ ਦੀ ਜਿਹੜੀ ਬੋਲਬਾਣੀ ਆ ਉਹਦੇ ਵਿੱਚ ਵੀ ਗੜਬੜਾ। ਇਸ ਤੋਂ ਬਿਨਾਂ 2-3 ਮੰਤਰੀਆਂ ਦੇ ਬਿਆਨ ਆ ਰਹੇ ਆ ਕਿ ਦੇਖੋ ਜੀ ਉਹਦੀ ਭਾਸ਼ਾ ਸਹੀ ਨਹੀਂ ਸੀ। ਭਾਸ਼ਾ ਗਲਤ ਹੋਣੀ ਅਲੱਗ ਗੱਲ ਹੈ, ਭਾਸ਼ਾ ਇੱਕ ਹੋਰ ਚੀਜ਼ ਹੈ, ਪਰ ਉਹਦੀ ਭਾਵਨਾ ਕੀ, ਉਹ ਸਭ ਤੋਂ ਵੱਡੀ ਗੱਲ ਤਾਂ ਖਤਰਨਾਕ ਤਾਂ ਉਹ ਹੁੰਦੀ ਹੈ। ਮਸਲਾ ਪਤਾ ਕੀ ਹੈ, ਇਹਦੇ ਵਿੱਚ ਭਾਸ਼ਾ ਵਾਲਾ ਮਸਲਾ ਹੀ ਨਹੀਂ, ਇਹਦੇ ਵਿੱਚ ਉਹ ਆਰਡਰ ਦੇ ਰਿਹਾ, ਉਹ ਆਰਡਰ ਦੇ ਰਿਹਾ। ਮੰਨ ਲਓ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਕੋਈ ਰਫ ਭਾਸ਼ਾ ਬੋਲ ਦੋ, ਮੇਰੀ ਭਾਸ਼ਾ ਮੰਨੀ ਜਾਊਗੀ, ਬਟ ਜੇ ਮੈਂ ਤੁਹਾਨੂੰ ਕੋਈ ਆਰਡਰ ਦੇ ਕੇ ਕਹਾਂ ਵੀ ਦਾਣੇ ਲਈ ਇਹ ਕੰਮ ਕਰਨਾ ਹੀ ਕਰਨਾ, ਉਹ ਮੇਰਾ ਆਰਡਰ ਹੋਏਗਾ। ਉਹ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਕੰਮ ਕਰਨਾ ਹੀ ਕਰਨਾ। ਉਹ ਬੰਦਾ ਪੁਲਿਸ ਨੂੰ ਆਰਡਰ ਦੇ ਰਿਹਾ ਸੀਗਾ ਵੀ ਤੁਸੀਂ ਜੇਕਰ ਕੋਈ ਕਿਸਾਨ ਆਇਆ ਤਾਂ ਪਹਿਲਾਂ ਉਹਦਾ ਸਿਰ ਖੋਲਣਾ ਹੈਗਾ। ਇਹ ਉਹ ਆਰਡਰ ਦੇ ਰਿਹਾ ਸੀਗਾ। ਤੇ ਇਸ ਕਰਕੇ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ, ਜਿਹਨੂੰ ਕਹਿੰਦੇ ਕਿ ਜਿਵੇਂ ਸ਼ਬਦਾਂ ਦੇ ਫੇਰ ਦੇ ਵਿੱਚ ਕੌਮੇ ਤੇ ਡੰਡੀਆਂ ਦੇ ਫਰਕ ਦਾ ਖੇਡ ਖੇਡੀ ਜਾ ਰਹੀ ਹੈ। ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਸੀ RSS ਬਾਰੇ, ਕਿਉਂਕਿ ਇਹ ਬੰਦੇ ਕਈ ਮੂੰਹਾਂ ਵਾਲੇ ਹੈਗੇ ਨੇ ਤੇ ਉਹ ਕਈ ਮੂੰਹਾਂ ਵਾਲੀ ਜਿਹੜੀ ਆਪਣੀ ਮਹਾਤਮਾ ਗਾਂਧੀ ਦੀ ਕਹੀ ਹੋਈ ਗੱਲ ਪੂਰੀ ਕਰ ਰਹੇ ਨੇ। ਮੂੰਹ ਪਤਾ ਨਹੀਂ ਕਿੰਨੇ ਕੀ ਨਹੀਂ। ਤੇ ਹੁਣ ਮਾਇਆਵਤੀ ਖੇਡ ਰਹੀ ਹੈ ਜੀ ਬ੍ਰਾਹਮਣਵਾਦ ਦਾ ਕਾਰਡ। ਮਾਇਆਵਤੀ ਬ੍ਰਾਹਮਣਵਾਦ ਦਾ ਕਾਰਡ ਖੇਡ ਰਹੀ ਹੈ। ਦੇਖੋ ਜਿਹੜੀ ਇਹ ਪਾਰਟੀ ਬਣੀ, ਤੁਹਾਨੂੰ ਪਤਾ ਸੀ ਜਦੋਂ ਇਹ ਬਣੀ ਸੀ ਉਦੋਂ ਬ੍ਰਾਹਮਣਵਾਦ ਦੇ ਵਿਰੋਧ ਦੇ ਵਿੱਚ ਹੀ ਬਣੀ ਸੀ। ਹੌਲੀ ਹੌਲੀ ਬ੍ਰਾਹਮਣਾਂ ਨਾਲ ਦੋਸਤੀ ਤੇ ਆ ਗਈ ਕਿ ਉਹਨੇ ਜਿਵੇਂ ਹੁਣ ਕਿਹਾ ਵੀ ਮੈਂ ਨਾਲ ਲੈ ਕੇ ਵੀ ਚੱਲੂਗੀ। ਬ੍ਰਾਹਮਣਾਂ ਨੂੰ ਤਾਂ ਇਹਨੇ ਰੱਖਿਆ ਵੀ ਬ੍ਰਾਹਮਣ ਸਾਡੀ ਮੇਨ ਰੀੜ ਦੀ ਹੱਡੀ ਹੋ ਗਏ। ਹੁਣ ਜਿਹੜੀ ਨਵੀਂ ਇਹਨੇ ਆਪਣੀ ਰੈਲੀ ਕੀਤੀ ਹੈ ਤੇ ਇਹਦੇ ਵਿੱਚ ਵੱਡੀ ਚੀਜ਼ ਇਹ ਹੈਗੀ ਹੈ ਕਿ ਯੂਪੀ ਦੇ ਵਿੱਚ ਬ੍ਰਾਹਮਣਾਂ ਦੀ ਘੱਟੋ ਘੱਟ ਜਿਹੜੀ ਵੋਟ ਹੈ ਜੀ ਉਹ 11 ਤੋਂ ਲੈ ਕੇ 13% ਤੱਕ ਹੈਗੀ ਹੈ। ਤੇ ਉਹ ਵੋਟ ਉੱਤੇ ਨਿਗਾਹ ਬਸਪਾ ਦੀ ਵੀ ਹੈ, ਕਿਉਂਕਿ ਬਸਪਾ ਲੜ ਰਹੀ ਹੈ ਇਸ ਵਾਰ ਕੱਲੀ ਚੋਣ। ਜੇਕਰ ਕੋਈ ਗੱਠਜੋੜ ਕਰਨਾ ਹੋਇਆ ਤਾਂ ਬਹੁਤ ਛੋਟਾ ਮੋਟਾ ਕਰੂਗੀ, ਅਦਰਵਾਈਜ਼ ਉਹ ਕੱਲੀ ਲੜੂਗੀ। ਉਧਰੋਂ ਅਖਿਲੇਸ਼ ਵੀ ਲੜ ਰਿਹਾ ਤੇ ਬੀਜੇਪੀ ਨੂੰ ਵੀ ਜਿਹੜਾ ਬ੍ਰਾਹਮਣਾਂ ਦਾ ਹੀ ਆਸਰਾ ਹੈਗਾ, ਬ੍ਰਾਹਮਣ ਵੋਟ ਦਾ ਹੀ। ਸੋ ਬੀਜੇਪੀ ਨੇ ਵੀ ਆਪਣੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮਸਲਾ ਕੀ ਆ ਗਿਆ ਕਿ ਹੋਰ ਕੋਈ ਭਾਈਚਾਰੇ ਦੇ ਨਾਲ ਕੋਈ ਆਏ ਨਹੀਂ ਵੀ ਫਲਾਣੇ ਭਾਈਚਾਰੇ ਨਾਲ ਇਹਨਾਂ ਦਾ ਕੋਈ ਹਮਦਰਦੀ ਹੈ ਜਾਂ ਹੋਰ ਹੈ। ਬਸ ਇਹ ਹੈ ਕਿ ਵੋਟ ਵਾਲਾ ਚੱਕਰ ਹੈ। ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਚੀਜ਼ ਆਈ ਹੈ, ਜਿਹੜੇ ਬੰਦੇ ਦਾਅਵਾ ਕਰਦੇ ਸੀ ਵੀ ਬੀਜੇਪੀ ਕੋਈ BSP ਕੋਈ ਦਲਿਤਾਂ ਦੀ ਪਾਰਟੀ ਹੈਗੀ ਆ ਫਲਾਣਾ ਢਿੰਗੜਾ, ਉਹ ਵੀ ਕਾਫੀ ਹੱਦ ਤੱਕ ਆ ਗਿਆ। ਕਿਉਂਕਿ ਸਵਾਲ ਇੱਥੇ ਇਹ ਵੀ ਹੁਣ ਯੂਪੀ ਵੀ ਇਲੈਕਸ਼ਨ 'ਚ ਇਹ ਵੀ ਉੱਪਰ ਆ ਨਾ ਵੀ ਤੁਸੀਂ ਜੇ ਬ੍ਰਾਹਮਣਾਂ ਨਾਲ ਹੋ ਤਾਂ ਫਿਰ ਕੀ ਬ੍ਰਾਹਮਣਵਾਦ ਦੇ ਨਾਲ ਹੋ, ਬ੍ਰਾਹਮਣਵਾਦ ਨਹੀਂ। ਹਾਲਾਂਕਿ ਦੋਵੇਂ ਚੀਜ਼ਾਂ ਸਭ ਅਲੱਗ ਨੇ। ਬ੍ਰਾਹਮਣ ਇੱਕ ਜਾਤ ਹੈ ਤੇ ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈਗੀ ਆ, ਪਰ ਇਹ ਸਵਾਲ ਆਏਗਾ ਹੀ ਆਏਗਾ ਨਾ।
ਤੇ ਜਿਵੇਂ ਹੁਣ ਬੀਜੇਪੀ ਨੇ ਕੱਲ ਪਰਸੋਂ ਬੀਜੇਪੀ ਕਹਿ ਰਹੀ ਸੀਗੀ ਕਿ ਬ੍ਰਾਹਮਣ ਇੱਕ ਉਹ ਕੌਮ ਹੈਗੀ ਹੈ ਜਿਹੜੀ ਕਿ ਗਿਆਨਵਾਨ ਕੌਮ ਆ, ਤੇ ਇਹਦਾ ਮਤਲਬ ਉਹ ਜਾ ਕੇ ਜਦੋਂ ਮਾਇਆਵਤੀ ਨੂੰ ਕਾਊਂਟਰ ਕਰ ਰਹੇ ਨੇ ਉਹ ਬ੍ਰਾਹਮਣਵਾਦ ਨੂੰ ਵੀ ਫੋਲੋ ਕਰ ਰਹੇ ਹੈਗੇ ਨੇ। ਉਹ ਹੁਣ ਮੁੱਦਾ ਬ੍ਰਾਹਮਣ ਬਨਾਮ ਬ੍ਰਾਹਮਣਵਾਦ ਦਾ ਚੱਲੂਗਾ ਉੱਥੇ ਵੀ, ਬ੍ਰਾਹਮਣਵਾਦ ਜਾਂ ਐਂਟੀ ਬ੍ਰਾਹਮਣਵਾਦ ਦਾ ਵੀ ਚੱਲੂਗਾ। ਮਸਲਾ ਕੀ ਹੈ ਕਿ ਯੂਪੀ ਦੇ ਵਿੱਚ ਜੀ ਹੈਲੋ ਬੰਦਾ ਇਹ ਕਹੇ ਨਾ ਜਾ ਕੇ ਵੀ ਬਹੁਤ ਸਿਆਣਾ ਜਿਹਾ ਬਣ ਕੇ ਵੀ ਦੇਖੋ ਜੀ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ, ਤੁਹਾਨੂੰ ਮਜ਼ਾਕ ਮੰਨਿਆ ਜਾਊਗਾ, ਤੁਹਾਡਾ ਜਲੂਸ ਕਹਿੰਦੇ ਕਿ ਇਹਨੂੰ ਕੁਛ ਨਹੀਂ ਪਤਾ ਹੈਗਾ, ਇਹ ਉਹੀ ਭੋਲਾ ਵਿਚਾਰਾ ਭੋਲੀਆਂ ਗੱਲਾਂ ਕਰਦਾ। ਕਿਉਂਕਿ ਉੱਥੇ ਜਾਤੀਵਾਦ ਦੇ ਅਰਥ ਹੀ ਬਿਲਕੁਲ ਹੋਰ ਆ। ਉੱਥੇ ਜੇ ਤੁਸੀਂ ਆਹ ਗੱਲ ਕਹੋਗੇ ਤਾਂ ਉੱਥੇ ਇਹ ਮੰਨਿਆ ਜਾਊਗਾ ਕਿ ਯਾਰ ਇਹ ਨਾ ਸਾਡੇ ਭਾਈਚਾਰੇ ਦੇ ਨਾ ਉਲਟ ਗੱਲ ਕਰਨ ਵਾਲਾ ਬੰਦਾ ਹੈਗਾ। ਉੱਥੇ ਦੀ ਯੂਪੀ ਦੀ ਸਿਆਸਤ ਦੀ ਇੱਕ ਮਨੋਵਰਤੀ ਬਣਾ ਦਿੱਤੀ ਗਈ ਹੈ ਕਿ ਤੁਹਾਨੂੰ ਜਿਹੜਾ ਇੱਕ ਜਿਹੜੀ ਹੈ ਕਿ ਜਾਤ ਨੂੰ ਕਿਹੜੀ ਨੂੰ ਫੋਲੋ ਕਰਦੇ ਹੋ ਇਹਦੀ ਨਿਸ਼ਾਨਦੇਹੀ ਪਹਿਲਾਂ ਜ਼ਰੂਰੀ ਹੋ ਜਾਂਦੀ ਹੈਗੀ ਆ। ਸੋ ਇੱਥੇ ਹੁਣ ਇਹ ਹੈ ਕਿ ਮਾਇਆਵਤੀ ਦੀ ਕੋਸ਼ਿਸ਼ ਹੈਗੀ ਆ ਵੀ ਥੋੜਾ ਜਿਹਾ ਜੋੜ ਬਿਠਾ ਰਹੀ ਆ ਵੀ ਦੇਖੋ ਮੁਸਲਮਾਨ ਤਾਂ ਮੇਰੇ ਨਾਲ ਹੈਗੇ ਹੀ ਆ, ਕਿਉਂਕਿ ਮੁਸਲਮਾਨ ਉੱਥੇ ਵੰਡੇ ਹੋਏ ਨੇ, ਸਮਾਜਵਾਦੀ ਪਾਰਟੀ ਨਾਲ ਵੀ ਵੰਡੇ ਹੋਏ ਨੇ ਤੇ ਕੁਝ ਮਾਇਆਵਤੀ ਨਾਲ ਵੀ ਹੈਗੇ ਨੇ, ਤੇ ਕਾਂਗਰਸ ਉੱਥੇ ਕਮਜ਼ੋਰ ਹੈ, ਕਾਫੀ ਜ਼ਿਆਦਾ, ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਤੇ ਉਹ ਹੋਰ ਵੀ ਸਗੋਂ ਦਿਨੋਂ ਦਿਨ ਕਮਜ਼ੋਰ ਹੋਈ ਹੈ ਉੱਥੇ। ਤੇ ਉਹ ਹਾਲਾਂਕਿ ਇਹਨਾਂ ਚੋਣਾਂ ਵਿੱਚ ਉਹਦੀ ਕੋਸ਼ਿਸ਼ ਸੀਗੀ ਵੀ ਥੋੜਾ ਜਿਹਾ 17 ਵਾਲੀ ਦੇ ਵਿੱਚ ਵੀ ਅਸੀਂ ਤਕੜੇ ਹੋਈਏ, ਪਰ ਉਹ ਗੱਲ ਬਣੀ ਨਹੀਂ ਹੈਗੀ ਉਹਦੇ ਕੋਲੋਂ। ਹੁਣ ਦੇਖਦੇ ਹਾਂ ਕਿ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਪ੍ਰਿਯੰਕਾ ਨੂੰ ਦਿੱਤੀ ਹੈ ਕਿ ਉਹ ਉੱਥੇ ਕੀ ਰੰਗ ਲਾਉਂਦੀ ਹੈਗੀ ਆ। ਦੂਜੇ ਬੰਨੇ ਉਹਨੇ ਇੱਕ ਜੋੜ ਬਿਠਾਇਆ ਵੀ ਚਲੋ ਦਲਿਤ ਸਾਡੇ ਨਾਲ ਨੇ, ਮੁਸਲਿਮ ਵੋਟ ਵੰਡੀ ਹੋਈ ਆ, ਫਿਰ ਕਿਉਂ ਨਾ ਜਿਵੇਂ ਬ੍ਰਾਹਮਣ ਨਾਲ ਲੈ ਲਾ, ਮੈਂ ਸੱਤਾ ਦੇ ਕੰਧੇੜੇ ਸੱਤਾ ਦੀ ਪੌੜੀ ਚੜ੍ਹ ਜਾਊਂਗੀ। ਤੇ ਅਖਿਲੇਸ਼ ਵੀ ਲਗਭਗ ਅਖਿਲੇਸ਼ ਨੂੰ ਸਿੱਧਾ ਹੈਗਾ ਕਿ ਜਿਹੜੀ ਜਾਟ ਵੋਟ ਮੇਰੇ ਨਾਲ ਹੈ, ਮੇਰੇ ਨਾਲ BC ਵੋਟ ਹੈਗੀ ਆ, ਮੇਰੇ ਨਾਲ ਕੁਝ ਦਲਿਤ ਵੋਟ ਵੀ ਆ ਜਾਊਗੀ, ਤੇ ਮੁਸਲਮਾਨ ਵੋਟ ਜਿਹੜੀ ਵੰਡੀ ਹੋਈ ਉਹ ਅੱਧੀ ਮੇਰੇ ਨਾਲ ਹੈਗੀ ਆ। ਸੋ ਜੋੜ ਘਟਾਓ ਕਰ ਰਹੇ ਨੇ। ਇਹ ਮਤਲਬ ਇਹਨੂੰ ਆਏ ਤੁਸੀਂ ਦੇਖ ਸਕਦੇ ਹੋ ਕਿ ਜੋੜ ਘਟਾਓ ਵਾਲੀ ਜਿਹੜੀ ਇੱਕ ਸਿਆਸਤ ਹੈ ਉਹਦੇ ਤਹਿਤ ਮਾਇਆਵਤੀ ਨੇ ਪਰਸੋਂ ਜਿਹੜੀ ਉਹ ਰੈਲੀ ਕੀਤੀ ਸੀ ਬ੍ਰਾਹਮਣਾਂ ਨਾਲ, ਉਹੀ ਉਹਦਾ ਕਾਰਨ ਹੈ। ਜੀ ਬਿਲਕੁਲ। ਤੇ ਜਿਵੇਂ ਆਪਾਂ ਉੱਥੋਂ ਦੀ ਗੱਲ ਛੇੜ ਲਈ ਹੈ ਤੇ ਹੁਣ ਆਪਾਂ ਥੋੜੀ ਜੀ ਉੱਪਰ ਦੀ ਵੀ ਗੱਲ ਕਰ ਲਈਏ, ਕਸ਼ਮੀਰੀ ਭਰਾਵਾਂ ਦੀ ਵੀ ਗੱਲ ਕਰ ਲਈਏ, ਉਹਨਾਂ ਦੇ ਕੀ ਹਾਲਾਤ ਨੇ ਗਿਲਾਨੀ ਸਾਹਿਬ ਦੀ ਮੌਤ ਤੋਂ ਬਾਅਦ? ਇੱਕ ਤਾਂ ਉੱਥੇ ਦੀ ਨਾ ਕੋਈ ਖਬਰ ਉਸ ਢੰਗ ਨਾਲ ਨਹੀਂ ਆ ਰਹੀ ਹੈਗੀ ਆਪਣੇ ਦੋਹਾਂ ਕੋਲ ਕਿ ਆਪਣੇ ਸਾਰਿਆਂ ਕੋਲ ਹੀ, ਤੇ ਵੀ ਇੱਕ ਤਾਂ ਕਿਉਂਕਿ ਆਪਣੇ ਕੋਲ ਜਿਹੜੇ ਸੋਰਸ ਨੇ ਨਾ ਉਹ ਸੋਰਸ ਜਿਹੜੇ ਆਥੈਂਟਿਕ ਸੋਰਸ ਵੀ ਨੇ ਉਹ ਵੀ ਖਬਰ ਨਹੀਂ ਪਹੁੰਚ ਰਹੇ, ਕਿਉਂਕਿ ਉੱਥੇ ਦੀ ਹਾਲਤ ਬਹੁਤ ਗੰਭੀਰ ਆ। ਤੇ ਉੱਥੇ ਜੇ ਆਪਾਂ ਉੱਥੇ ਦੇ ਜਰਨਲਿਸਟਾਂ ਨਾਲ ਗੱਲ ਕਰੀਏ ਤਾਂ ਫੋਨ ਦੇ ਉੱਤੇ ਤੁਹਾਨੂੰ ਗੱਲ ਕਰਨ ਤੇ ਜਾਂ WhatsApp ਵਗੈਰਾ ਤੇ ਵੀ ਸੰਕੋਚ ਕਰਦੇ ਨੇ। ਤੁਹਾਨੂੰ ਉਹ ਇਸ਼ਾਰਿਆਂ ਨਾਲ ਦੱਸ ਦੇਣਗੇ ਕਿ ਮੈਂ ਕੋਸ਼ਿਸ਼ ਕੀਤੀ ਸੀ ਪਿਛਲੇ ਦਿਨਾਂ 'ਚ ਮੈਂ ਇੱਕ ਅੱਧੀ ਇੰਟਰਵਿਊ ਕਰਾਂ, ਹਾਲਾਂਕਿ ਬਹੁਤ ਦਲੇਰ ਪੱਤਰਕਾਰ ਮੰਨੇ ਜਾ ਰਹੇ ਨੇ, ਪਰ ਉਹਨਾਂ ਨੇ ਕਿਹਾ ਕਿ ਨਹੀਂ ਬਈ ਮੈਂ ਇਸ ਵਿਸ਼ੇ ਤੇ ਹਾਲੇ ਤੇਰੇ ਨਾਲ ਹਾਲੇ ਨਹੀਂ ਗੱਲ ਕਰ ਸਕਦਾ, ਫਿਰ ਕਰਾਂਗਾ। ਹਾਲ ਦੀ ਕਹਾਣੀ ਇਹ ਹੈ ਕਿ ਗਿਲਾਨੀ ਉਹਨਾਂ ਦੀ ਮੌਤ ਤੋਂ ਬਾਅਦ ਉੱਥੇ ਜਿਹੜੀ ਹੈਗੀ ਹੈ ਫੌਜ ਦੀ ਬੁਰਛਾਗਰਦੀ ਵਧੀ ਹੈ, ਰੋਕਾਂ ਉਸੇ ਤਰ੍ਹਾਂ ਜਾਰੀ ਹੈਗੀਆਂ ਨੇ। ਤੇ ਕਈ ਵਾਰ ਖਬਰ ਆ ਜਾਂਦੀ ਹੈ ਵੀ ਨੈਟ ਜਿਹੜਾ ਹੁਣ ਚਲਾ ਦਿੱਤਾ, ਲੇਕਿਨ ਅੰਦਰੂਨੀ ਹਾਲਤ ਕਿ ਹਾਲੇ ਕੋਈ ਨੈਟ ਨੋਟ ਉੱਥੇ ਬਹਾਲ ਨਹੀਂ ਹੋਇਆ। ਉੱਥੇ ਉਹਨਾਂ ਦੇ ਉਹਦੇ ਸੰਸਕਾਰ ਜਦੋਂ ਦਫਨਾਇਆ ਗਿਆ ਉਹਦੇ ਮੌਕੇ ਵੀ ਕਾਫੀ ਹੋ ਰਿਹਾ ਹੈਗਾ, ਹੋ ਹੱਲਾ ਰਿਹਾ, ਉੱਥੇ ਦਬਦਬਾ ਰਿਹਾ ਵੀ ਕੋਈ ਪ੍ਰੋਟੈਸਟ ਨਾ ਹੋ ਜੇ, ਹੋਰ ਨਾ ਹੋ ਜੇ। ਕਹਿਣ ਦਾ ਮਤਲਬ ਹੈ ਕਿ ਉੱਥੇ ਆਪਣੇ ਆਪ ਹੀ ਕਸ਼ਮੀਰ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਕਸ਼ਮੀਰ ਜਿਹਨੂੰ ਆਮ ਤੌਰ ਤੇ ਮੰਨਦੇ ਰਹੇ ਨੇ ਕਿ ਦੇਖੋ ਜੀ ਹੁਰੀਅਤ ਦਾ ਕੋਈ ਪ੍ਰਭਾਵ ਨਹੀਂ, ਗਿਲਾਨੀ ਨੂੰ ਕੋਈ ਨਹੀਂ ਪੁੱਛਦਾ, ਪਰ ਇਹ ਵੀ ਹੁਣ ਕਮਾਲ ਦੀ, ਚਾਹੇ ਗਿਲਾਨੀ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਨਹੀਂ ਹੈਗੇ, ਪਰ ਇਹ ਤਾਂ ਹੈ ਨਾ ਵੀ ਉਹ ਇੱਕ ਕਸ਼ਮੀਰੀ ਲੀਡਰ ਦੇ ਤੌਰ ਤੇ ਦੇਖੋ ਜੀ ਹੁਣ ਜੋ ਮਰਜ਼ੀ ਕਰੀ ਚੱਲੋ, ਪੰਜਾਬ ਦੇ ਵਿੱਚ ਭਾਵੇਂ ਜਿੰਨੇ ਇੰਨੇ ਅਕਾਲੀ ਦਲ ਨੇ, ਪਰ ਇਹ ਆਏ ਨਹੀਂ ਕਹਿ ਸਕਦੇ ਵੀ ਕਿਸੇ ਅਕਾਲੀ ਦਲ ਦਾ ਕਿਸੇ ਖਿੱਤੇ ਦੇ ਵਿੱਚ ਕੋਈ ਹੋ ਸਕਦਾ ਪ੍ਰਭਾਵ ਨਹੀਂ ਹੈਗਾ। ਹਾਂਜੀ, ਬੜੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪ੍ਰਭਾਵ ਬੀਨਾਸ ਨਹੀਂ ਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ। ਬਾਕੀ ਚੀਜ਼ ਹੈ ਨਾ ਵੀ ਉਹ ਗਿਲਾਨੀ ਦੇ ਕਹਿਣ ਤੇ ਮਤਲਬ ਉਹ ਇੱਕ ਵਾਰ ਨਾਲ ਸਾਰਾ ਕਸ਼ਮੀਰ ਬੰਦ ਹੋ ਜਾਂਦਾ ਸੀਗਾ, ਮਤਲਬ ਤੁਸੀਂ ਅਜੇ ਤੱਕ ਕਸ਼ਮੀਰੀਆਂ ਦੇ ਦਿਲ ਨਹੀਂ ਜਿੱਤ ਸਕੇ। ਇਹ ਤਾਂ ਸਵਾਲ ਹੈਗੇ ਨੇ ਜਿਹਦਾ ਜਵਾਬ ਦੇਣਾ ਹੀ ਪਊਗਾ। ਮਤਲਬ ਦੂਜੀ ਚੀਜ਼ ਇਹ ਹੈਗੀ ਆ ਵੀ ਤੁਹਾਨੂੰ ਕੀ ਐਡੀ ਆਫਤ ਆ ਗਈ ਵੀ ਇੱਕ ਬੰਦੇ ਦੀ ਡੈਥ ਹੋ ਗਈ, ਤੁਸੀਂ ਕਹਿੰਦੇ ਹੋ ਕਿ ਬੰਦੇ ਦਾ ਕੋਈ ਪ੍ਰਭਾਵ ਨਹੀਂ, ਕਿ ਸਾਰਾ ਕਸ਼ਮੀਰ ਨੂੰ ਬੰਦ ਕਰਤਾ, ਉਹਨੂੰ ਫੇਫੇ ਸਲਾਖਾਂ ਦੇ ਵਿੱਚ ਸਿੱਟ ਦਿੱਤਾ। ਕਸ਼ਮੀਰੀਆਂ ਦੇ ਤਾਂ ਐ ਵੀ ਜੇਕਰ ਕੋਈ ਖੁਸ਼ੀ ਹੋਵੇ ਤਾਂ ਵੀ ਵਿਚਾਰਿਆਂ ਨੂੰ ਮਾਰ ਪੈਂਦੀ ਆ, ਜੇ ਕਮੀ ਹੈ ਤਾਂ ਵੀ ਮਾਰ ਪੈਂਦੀ ਆ। ਕਸ਼ਮੀਰ ਮੈਨੂੰ ਇੱਕ ਵਾਰ ਕਸ਼ਮੀਰੀ ਕਿਸੇ ਜਰਨਲਿਸਟ ਨੇ ਆਖਿਆ ਸੀ ਜਦੋਂ ਮੈਂ 17 ਦੇ ਵਿੱਚ ਗਿਆ ਸੀਗਾ ਕਿ ਬਾਈ ਜੀ ਰਹਿਣ ਦਿਓ, ਤੁਸੀਂ ਨਾ ਉੱਤੋਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਨਾ ਉੱਥੇ ਜਾ ਕੇ ਭਾਰਤ ਜਾ ਕੇ, ਕਿਉਂਕਿ ਉਹ ਭਾਰਤ ਬੋਲਦੇ ਨੇ, ਉਹ ਮਤਲਬ ਮੈਂ ਕਿ ਉੱਥੇ ਜਾ ਕੇ ਜੀ ਤੁਹਾਡੀ ਬੋਲੀ ਹੋਰ ਹੋ ਜਾਣੀ ਹੈ। ਮੈਂ ਕਹਿੰਦਾ ਨਹੀਂ, ਮੇਰੀ ਬੋਲੀ ਨਹੀਂ ਹੋਰ ਹੈਗੀ, ਮੈਂ ਐਜ਼ ਏ ਜਰਨਲਿਸਟ ਆਇਆ। ਤਾਂ ਉਹ ਕਹਿੰਦੇ ਵੀ ਗੱਲ ਹੈ ਕਿ ਬਾਈ ਜੀ ਤੁਸੀਂ ਜਿੰਨਾ ਚਿਰ ਕਸ਼ਮੀਰੀ ਨਹੀਂ ਨਾ, ਉਹਨਾਂ ਚਿਰ
ਕਸ਼ਮੀਰੀ ਕਿਸ ਹਾਲਤ ਦੇ ਵਿੱਚ ਉਹਦਾ ਅਹਿਸਾਸ ਹੀ ਨਹੀਂ ਕਰ ਸਕਦੇ। ਉਹ ਗੱਲ ਸਹੀ ਹੈ, ਇਹ ਤਾਂ ਬਿਲਕੁਲ ਸਹੀ ਗੱਲ ਹੈ, ਤੁਹਾਡੀ ਗੱਲ ਸਹੀ ਹੈ ਕਿ ਅਹਿਸਾਸ ਜਿਹੜਾ ਉਹਨਾਂ ਲੋਕਾਂ ਨੂੰ ਹੈ, ਉਹ ਫੀਲਿੰਗਸ ਜਿਹੜੀਆਂ ਜੇ ਮਰਜ਼ੀ ਕਰ ਲਓ, ਫੀਲਿੰਗਸ ਤਾਂ ਜਿਹੜੀਆਂ ਉਹਨਾਂ ਲੋਕਾਂ ਨੂੰ ਹੀ ਪਤਾ ਲੱਗੂਗਾ ਨਾ। ਬਿਲਕੁਲ ਉਦਾਂ ਦੀ ਗੱਲ ਆ ਜਿਵੇਂ 47 ਦਾ ਬੰਗਾਲੀਆਂ ਤੇ ਪੰਜਾਬੀਆਂ ਨੂੰ ਹਜੇ ਤੱਕ ਅੱਖਾਂ ਕਰਲਾਉਂਦੀਆਂ ਨੇ ਜੀ। ਭਾਵੇਂ ਦੇਖੋ ਮੇਰੀ ਗੱਲ ਸੁਣੋ, ਸਾਡਾ ਠੀਕ ਹੈ ਸਾਡਾ ਜੱਦੀ ਤੌਰ ਦੇ ਉੱਤੇ ਪਿੰਡ ਦਾਨੇ ਵਾਲਾ ਬਾਰਡਰ ਤੇ ਉੱਤੇ ਬੈਠੇ ਆ, ਸਾਡਾ ਕੋਈ ਉਵੇਂ ਨੁਕਸਾਨ ਨਹੀਂ, ਪਰ ਜਿਹੜੀ ਬਜ਼ੁਰਗਾਂ ਨੇ ਜ਼ਮੀਨ ਉੱਧਰ ਐਡੀ ਵਧੀਆ ਬਣਾਈ ਸੀ, ਉਹਦਾ ਦੁੱਖ ਤਾਂ ਜਦੋਂ ਅੱਜ ਵੀ ਪਾਪਾ ਜੀ ਹੋਰਾਂ ਤੋਂ ਗੱਲਾਂ ਸੁਣਦੇ ਆ ਕਿ ਨਹੀਂ ਆਪਣੀ ਉੱਥੇ ਢਾਣੀ ਹੁੰਦੀ ਸੀ, ਫਾਰਮ ਹਾਊਸ, ਜਿਵੇਂ ਆਪਣੇ ਅੰਗਰੇਜ਼ੀ 'ਚ ਫਾਰਮ ਹਾਊਸ ਕਹਿ ਦਿਓ, ਇੱਥੋਂ ਜਾਂਦੇ ਸੀ ਆਪਾਂ ਵੀ ਰਾਤ ਨੂੰ, ਪਾਪਾ ਹੀ ਕਹਿੰਦੇ ਵੀ ਮੈਂ ਰਾਤ ਨੂੰ ਅਸੀਂ ਇੱਥੋਂ ਗੱਡਾ ਚੱਲਿਆ ਹੈਂ ਜੀ, ਸਵੇਰੇ ਵੀ ਪਹੁੰਚਾਂਗੇ ਉੱਥੇ, ਰਾਤ ਜਾ ਕੇ, ਤੇ ਕਹਿੰਦੇ ਜੋ ਸਵੇਰੇ ਦਿਨ ਚੜ੍ਹਿਆ ਤੇ ਮੈਂ ਗੱਡੇ ਜਦੋਂ ਉੱਠਿਆ ਤੇ ਮੈਂ ਉੱਥੇ ਹੀ ਘਰ 'ਚ ਆ ਗਿਆ, ਕਹਿੰਦੇ ਫੇਰ ਪਤਾ ਲੱਗਿਆ ਵੀ ਰੌਲਾ ਪੈ ਗਿਆ, ਸਾਨੂੰ ਰਾਹ 'ਚੋਂ ਮੋੜਤਾ ਹੈ ਜੀ। ਉਹ ਚੀਜ਼ਾਂ ਤਾਂ ਯਾਦ ਆ, ਇੰਨੀ ਪ੍ਰੋਪਰਟੀ ਬਜ਼ੁਰਗਾਂ ਨੇ ਵਿਚਾਰਿਆਂ ਨੇ ਬਣਾਈ ਉੱਧਰ, ਤੇ ਉਹਦੇ ਵੰਡੇ ਤੁਹਾਨੂੰ ਮਿਲਿਆ ਹੀ ਕੁਛ ਨਹੀਂ ਹੈ ਜੀ। ਬਸ ਉਹ ਚੀਜ਼ ਜਿਵੇਂ ਉਹ ਚੀਜ਼ ਨੂੰ ਪੰਜਾਬੀ ਤੇ ਬੰਗਾਲੀ ਮਹਿਸੂਸ ਕਰ ਸਕਦੇ ਨੇ ਨਾ, ਹੋਰਲੀ ਮਹਿਸੂਸ ਕਰਨਾ ਔਖਾ, ਉਸੇ ਤਰ੍ਹਾਂ ਕਸ਼ਮੀਰ ਦੀ ਜਿਹੜੇ ਸੰਕਟ ਹੈ ਨਾ, ਉਹਨੂੰ ਇੱਕ ਕਸ਼ਮੀਰੀ ਹੀ ਮਹਿਸੂਸ ਕਰ ਸਕਦਾ, ਉਹ ਕਿਸੇ ਪੰਜਾਬੀ ਲਈ ਜਾਂ ਕਿਸੇ ਹੋਰ ਲਈ ਬੜਾ ਔਖਾ ਹੈ ਜੀ। ਸੋ ਬਿਲਕੁਲ ਇਹ ਚੀਜ਼ਾਂ ਉਹੀ ਕਰਦੇ ਆ। ਤੇ ਮੈਂ ਹੁਣ ਗੱਲ ਕਰ ਰਿਹਾ ਸੀ, ਝਾਰਖੰਡ ਦੇ ਵਿੱਚ ਸੰਘੀਆਂ ਨੇ ਜਿਹੜਾ ਨਮਾਜ਼ ਦੇ ਵਿੱਚ ਜਾ ਕੇ ਰੌਲਾ ਪਾ ਲਿਆ, ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਏ, ਪਰ ਮੈਂ ਹੈਰਾਨ ਉਸ ਤੋਂ ਕਿਤੇ ਵੱਧ ਹੈ ਕਿ ਮੈਂ ਨਮਾਜ਼ ਪੜ੍ਹਦਿਆਂ ਦੀ ਵੀਡੀਓ ਪਾਤੀ ਜੀ ਫੇਸਬੁੱਕ ਦੇ ਉੱਤੇ, ਹੁਣ 5-6 ਮਹੀਨਿਆਂ ਬਾਅਦ ਉਹਦੇ ਉੱਤੇ ਅੱਜ ਇਹ ਲੱਗ ਗਿਆ ਕਿ ਦਿਸ ਕੰਟੈਂਟ ਵੀ ਵਾਇਲੈਂਟ ਔਰ ਕ੍ਰੀਏਟ ਸਮਥਿੰਗ, ਪਤਾ ਨਹੀਂ ਕੀ ਕੁਛ ਕਰਕੇ ਜੇ, ਤੇ ਉਹਨੂੰ ਜੀ ਕਵਰ ਕਰਤਾ। ਦੇਖ ਲਓ ਲੈ ਆਹ ਹਾਲਾਤ ਹੋਏ ਪਏ ਨੇ, ਕੀ ਕਰੋਗੇ? ਕਿਹੜੇ ਬੰਦਾ ਕੀ ਕਰੀ ਜਾਂਦਾ ਇੱਥੇ, ਕਿਵੇਂ ਰਿਪੋਰਟ ਕਰੀ ਜਾਂਦਾ? ਆਪਣਾ ਪੰਜਾਬ ਟੂਡੇ ਦੇ ਪੇਜ ਨੂੰ ਸਟ੍ਰਾਈਕਾਂ ਲਵਾਤੀਆਂ, ਹੁਣ ਆਹ ਕੰਟੈਂਟ ਦੇ ਉੱਤੇ ਜੇ ਸਟ੍ਰਾਈਕ ਲੱਗੀ ਜਾਂਦੀ ਹੈ ਤੇ ਫਿਰ ਇਦੋਂ ਵੱਧ ਕੀ ਕਹੋਗੇ ਤੁਸੀਂ? ਸਹੀ ਦੇਖੋ, ਤੁਸੀਂ ਖਬਰ ਤਾਂ ਮੈਂ ਤੋਂ ਇੱਕ ਪੁੱਛੀ ਸੀ, ਪਰ ਮੈਨੂੰ 2 ਦਾ ਜਵਾਬ ਦੇਣਾ ਪੈਣਾ ਹੈਗਾ, ਕਿਉਂਕਿ ਜਿਹੜਾ ਤੁਹਾਡੇ ਵਾਲਾ ਗੱਲ ਦੱਸੀ ਉਹ ਵੀ ਜ਼ਿਆਦਾ ਸੀਰੀਅਸ ਹੈ, ਕਿਉਂਕਿ ਫੇਸਬੁੱਕ ਦੀ ਨਾ ਭੂਮਿਕਾ 5-6 ਸਾਲ ਤੋਂ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਰੂਪ ਚ ਆ ਰਹੀ ਹੈ। ਹਾਲਾਂਕਿ ਇਹ ਇਸ ਤਰ੍ਹਾਂ ਦੀ ਜਿਹੜੀ ਕੰਮ ਬਾਹਰ ਵੀ ਕਰਦਾ ਹੈਗਾ, ਪਰ ਉੱਥੇ ਨਾ ਥੋੜਾ ਡੈਮੋਕ੍ਰੇਸੀ ਦਾ ਪੱਧਰ ਹੋਰ ਢੰਗ ਦਾ, ਉੱਥੇ ਜਵਾਬਦੇਹੀ ਬਹੁਤ ਛੇਤੀ ਹੋ ਜਾਂਦੀ ਆ, ਉਦੋਂ ਫਿਰ ਛੇਤੀ ਇਹ ਮਨ ਵੀ ਲੈਂਦਾ, ਛੇਤੀ ਕਰ ਲੈਂਦਾ, ਕਿਉਂਕਿ ਉਰੇ ਹਕੂਮਤ ਵੀ ਉਹੋ ਜਿਹੀ ਆ, ਹਕੂਮਤ ਦੇ ਨਾਲ ਸਾਂਠ ਗਾਂਠ ਵੀ ਸਾਹਮਣੇ ਆਈ ਹੋਈ ਹੈ, ਕਈ ਵਾਰ ਆਈ ਹੈ, ਇੱਕ ਵਾਰ ਹਿੱਸੇਦਾਰੀ ਵੀ ਪਤਾ ਲੱਗ ਗਈ ਨਾ ਜੀ, ਇੱਥੋਂ ਦੀ ਹਿੱਸੇਦਾਰੀ ਵੀ ਪਤਾ ਲੱਗ ਗਈ ਹੈ। ਤੇ ਇਹਦੇ ਵਿੱਚ ਕੀ ਹੈ ਕਿ ਇਹ ਕਈ ਵਾਰ ਵਾਕਿਆ ਹੋਏ ਨੇ। ਇੱਕ ਵਾਰ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਵੈਬਸਾਈਟ ਦੇ ਵਿੱਚ 2017 ਦੀ ਗੱਲ ਹੈ, ਸਾਡੇ ਇੱਕ ਦੋਸਤ ਹੈਗਾ ਕੈਨੇਡਾ ਤੋਂ, ਜਰਨਲਿਸਟ ਆ ਗੁਰਪ੍ਰੀਤ ਸਿੰਘ, ਉਹਦਾ ਇੱਕ ਲੇਖ ਪਾਇਆ ਸੀਗਾ ਵੀ ਕਿੱਦਾਂ ਜਿਹੜਾ ਹੈਗਾ ਮੋਦੀ ਗਵਰਨਮੈਂਟ ਜਿਹੜੀ ਹੈਗੀ ਆ ਦੀ ਪੂਰੀ ਹਿਸਟਰੀ ਕਿਸ ਤਰ੍ਹਾਂ ਦੀ ਰਹੀ ਆ ਜਿਹੜਾ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ। ਹੋਇਆ ਕਿ ਜਦੋਂ ਮੈਂ ਲੇਖ ਉਹ ਫੇਸਬੁੱਕ ਉੱਤੇ ਪਾਇਆ ਤਾਂ ਉਹ ਫੇਸਬੁੱਕ ਨੇ ਉਸ ਲੇਖ ਦੇ ਉੱਤੇ ਬੈਨ ਕਰ ਦਿੱਤਾ, ਮਤਲਬ ਵੀ ਉਹ ਬਾਕੀ ਹੋਰ ਮੈਟਰ ਮੈਂ ਪਾਇਆ ਕਰਾਂ ਤਾਂ ਉਹ ਸ਼ੇਅਰ ਹੋ ਜਾਇਆ ਕਰੇ, ਪਰ ਉਹ ਲੇਖ ਨਾ ਹੋਇਆ ਕਰੇ, ਤੇ ਉਹ ਮੈਨੂੰ ਤਾਂ ਦੇਖਿਆ ਕਰੇ, ਹੋਰ ਨਾ ਕਿਸੇ ਨੂੰ ਦੇਖਿਆ ਕਰੇ, ਮੈਨੂੰ ਪਤਾ ਨਾ ਲੱਗੇ ਕਿ ਮੈਂ ਕਰਾਂ ਕੀ। ਮੈਂ ਕੁਛ ਤੋਂ ਪੁੱਛਿਆ ਵੀ ਇਹ ਕੀ ਮਸਲਾ ਕੀ ਹੈਗਾ ਵਾ। ਫਿਰ ਮੇਰੀ ਇੱਕ ਫਰੈਂਡ ਹੈ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀ ਤਲਵਾੜ, ਉਹਨੇ ਮੈਨੂੰ ਦੱਸਿਆ ਕਿ ਫੇਸਬੁੱਕ ਨੂੰ ਜਾ ਕੇ ਇੱਕ ਬੇਨਤੀ ਕਰੋ, ਆਨਲਾਈਨ ਇੱਕ ਢੰਗ ਸੀਗਾ ਫੇਸਬੁੱਕ ਨੂੰ ਦੱਸਣ ਦਾ, ਵੀ ਇਹ ਖੁਦ ਵੀ ਕਰੋ, ਆਪਣੇ ਮਿੱਤਰਾਂ ਨੂੰ ਵੀ ਕਹੋ ਵੀ ਫੇਸਬੁੱਕ ਨੂੰ ਨਾ ਜਾ ਕੇ ਕਹੇ ਵੀ ਇਹਦੇ ਵਿੱਚ ਕੋਈ ਕਮਿਊਨਿਟੀ ਵਾਲਾ ਮਸਲਾ ਨਹੀਂ ਹੈਗਾ ਇਸ ਤਰ੍ਹਾਂ ਦਾ ਜਿਵੇਂ ਜਿਹੜੇ ਤੁਸੀਂ ਕਹਿ ਰਹੇ ਹੈਗੇ ਹੋ। ਉਹ ਫਿਰ ਮੈਂ ਕੀਤੀ। ਫਿਰ 13 ਕੁ ਦਿਨਾਂ ਬਾਅਦ ਫੇਸਬੁੱਕ ਨੇ ਆਪਣੇ ਆਪ ਉਹ ਪੋਸਟ ਉੱਤੇ ਜਿਹੜੀ ਰੋਕ ਹੈ ਉਹ ਚੱਕ ਦਿੱਤੀ। ਹੁਣ ਪਰ ਮਸਲਾ ਕੀ ਹੈ ਵੀ ਉਹਨੇ ਹਕੂਮਤ ਦੇ ਮਸਲੇ ਦਾ ਵਿਰੋਧ ਕੀਤਾ, ਇਹਦੇ ਤੇ ਹੋ ਗਿਆ, ਚਾਹੇ ਤੂੰ ਬਿਨਾਂ ਇੱਕ ਨੈਸ਼ਨਲ ਦਸਤਕ ਵੈਬਸਾਈਟ ਹੈ ਉਹਦੇ ਉੱਤੇ 3 ਮਹੀਨੇ ਲਈ ਰੋਕ ਲਾਈ ਸੀ 2016 ਦੇ ਵਿੱਚ ਵੀ ਦੇਖੋ ਜੀ ਤੁਸੀਂ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਹੋ। ਹੁਣ ਉਹ ਭਾਈਚਾਰਕ ਸਾਂਝ ਨੂੰ ਖਰਾਬ ਨਹੀਂ ਕਰ ਰਹੇ ਸੀਗੇ, ਉਹਨਾਂ ਦੀਆਂ ਪੋਸਟਾਂ ਸੀਗੀਆਂ ਕਿ ਜਿਹੜੀ ਮੋਦੀ ਗਵਰਨਮੈਂਟ ਫਿਰਕੂ ਪਾੜਾ ਪਾਉਂਦੀ ਹੈ, ਉਹਨੂੰ ਕਈ ਜਗ੍ਹਾ ਨੰਗੇ ਕਰਨ ਵਾਲੇ ਲੇਖ ਸੀਗੇ ਛਾਪੇ ਹੋਏ। ਉਸ ਮਸਲੇ ਨੂੰ ਲੈ ਕੇ ਇਹਨਾਂ ਨੇ ਰੋਕ ਲਾ ਦਿੱਤੀ। ਇੱਥੋਂ ਤੱਕ ਕਿ ਕੈਰਵਾਨ ਇੰਡੀਆ ਦੇ ਟਵਿੱਟਰ ਨੇ ਇੱਕ ਦਿਨ ਲਈ ਉਹਨਾਂ ਦਾ ਟਵਿੱਟਰ ਹੈਂਡਲ ਉਹ ਕਰ ਦਿੱਤਾ ਕਿ ਉਹ ਭਾਰਤ ਸਰਕਾਰ ਨੇ ਚਲੋ ਸ਼ਿਕਾਇਤ ਕੀਤੀ ਸੀ। ਹੁਣ ਜਿਹੜਾ ਤੁਹਾਡੇ ਵਾਲਾ ਮਸਲਾ ਹੈ ਉਹ ਹੋਰ ਜਿਹੜਾ ਸੰਜੀਦਾ ਇਸ ਲਈ ਹੈ ਕਿ ਤੁਸੀਂ ਮੁਸਲਮਾਨ ਭਾਈਚਾਰਾ ਨਮਾਜ਼ ਅਦਾ ਕਰਦਾ ਦਿਖਾਇਆ, ਬਈ ਇੱਕ ਇਬਾਦਤ ਹੈ ਜਿਵੇਂ ਕੋਈ ਸਿੱਖ ਕਰਦਾ ਜਾਂ ਹਿੰਦੂ ਕਰਦਾ। ਬਿਲਕੁਲ ਜੀ ਬਿਲਕੁਲ। ਪਰ ਫੇਸਬੁੱਕ ਇਹਦਾ ਮਤਲਬ ਖੁਦ ਕਿੰਨੀ ਰੇਸਿਸਟ ਹੈ ਕਿ ਉਹਨੂੰ ਇੱਕ ਭਾਈਚਾਰਾ ਆਪਣੇ ਜਿਹੜਾ ਹੈਗਾ ਵਾ ਧਰਮ ਆਪਣੇ ਅਕੀਦੇ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਪਾਠ ਕਰਦਾ ਹੋਇਆ ਵੀ ਉਹਨੂੰ ਇੱਕ ਐਂ ਲੱਗ ਰਿਹਾ ਵੀ ਕੋਈ ਨਫ਼ਰਤੀ ਕਾਰਵਾਈ ਹੈਗੀ ਆ। ਇਹਦਾ ਮਤਲਬ ਫੇਸਬੁੱਕ ਖੁਦ ਕਿਵੇਂ ਇੱਕ ਜਿਹੜਾ ਉੱਥੇ ਬੈਠੇ ਅਧਿਕਾਰੀ ਆ ਜਾਂ ਉਹਨਾਂ ਦਾ ਜਿਹੜਾ ਨਜ਼ਰੀਆ ਹੈਗਾ ਫੇਸਬੁੱਕ ਦਾ ਉਹ ਇੱਕ ਖਾਸ ਮਾਈਨੋਰਿਟੀ ਪ੍ਰਤੀ ਕਿਸ ਤਰ੍ਹਾਂ ਦਾ, ਇਹ ਬਹੁਤ ਵੱਡਾ ਇਸ਼ੂ ਹੈ। ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ, ਧੰਨਵਾਦ। ਤੇ ਇਹ ਸਨ ਮੇਰੇ ਨਾਲ ਸ਼ਿਵਿੰਦਰ ਜੀ।
ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਹੈ ਜੀ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਰੇਡੀਓ ਪੰਜਾਬ ਟੁਡੇ ਨੂੰ ਤੁਹਾਡੀ ਇਸ ਵਕਤ ਮਦਦ ਦੀ ਖਾਸ ਲੋੜ ਹੈ, ਕਿਉਂਕਿ ਸਲੋ ਡਾਊਨ ਕਰਕੇ ਜੀ ਮੈਂ ਬਾਹਰ ਵੀ ਨਹੀਂ ਆ ਸਕਿਆ, ਹੋਰ ਵੀ ਨਹੀਂ, ਐਡਵਰਟੀਜ਼ਮੈਂਟਸ ਵੀ ਜਿਹੜੀਆਂ ਫੰਡਸ ਦੀ ਬੜੀ ਕਮੀ ਹੈ। ਸੋ ਇਹਦੇ ਲਈ ਤੁਸੀਂ ਮੈਨੂੰ ਪਹਿਲਾਂ ਵਾਂਗ ਇੱਕ ਵਾਰੀ ਜ਼ਰੂਰ ਪਲੀਜ਼ ਸਹਿਯੋਗ ਕਰੋ। ਪੇਪਾਲ ਦੇ ਜ਼ਰੀਏ ਸਾਨੂੰ ਮਹੀਨਾਵਾਰ ਚੰਦਾ ਜ਼ਰੂਰ ਭੇਜੋ, ਕਿਉਂਕਿ ਕਾਫੀ ਜਿਹੜਾ ਹੈ ਮੈਂ ਇਹਦੇ ਵਿੱਚ ਤੁਹਾਨੂੰ ਆਖੀਏ ਕਿ ਰੇਡੀਓ ਨੂੰ ਚਲਾਉਣ ਦੇ ਵਿੱਚ ਦਿੱਕਤ ਬੜੀ ਆ ਰਹੀ ਹੈ। ਸੋ ਇਸੇ ਕਰਕੇ ਪ੍ਰੋਗਰਾਮ 2 ਕੀਤੇ ਹੋਏ ਨੇ, ਵਧਾਉਣੇ ਚਾਹੁੰਦੇ ਸੀਗੇ, ਬੜੀ ਮੁਸ਼ਕਿਲਤ ਆ ਰਹੀ ਨੇ। ਅਤੇ ਉੱਥੋਂ ਜਿਵੇਂ ਤੁਹਾਨੂੰ ਦੱਸਿਆ ਕਿ ਮੋਨੇਟਾਈਜੇਸ਼ਨ ਵੀ ਫੇਸਬੁੱਕ ਦੀ ਜਿਹੜੇ 2 ਪੈਸੇ ਉੱਧਰੋਂ ਆਉਣੇ ਸੀ ਉਹ ਵੀ ਸਟ੍ਰਾਈਕਾਂ ਲਵਾ ਕੇ ਬੰਦ ਕਰਵਾ ਦਿੱਤੇ ਆ। ਸਤੰਬਰ ਦਾ ਮਹੀਨਾ 1 ਮਹੀਨੇ ਲਈ ਤਾਂ ਮੋਨੇਟਾਈਜੇਸ਼ਨ ਬਿਲਕੁਲ ਬੈਨ ਕਰ ਦਿੱਤੀ ਹੈ। ਅੱਗੇ ਦੇਖੋ ਕੀ ਬਣਦਾ। ਸੋ ਮੈਂ ਗੁਜ਼ਾਰਿਸ਼ ਕਰਦਾ ਕਿ ਪਲੀਜ਼ ਇੰਨੀ ਕੁ ਮੇਰੀ ਰਿਕੁਐਸਟ ਸੁਣੋ। ਸੋ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਅਤੇ ਇਸ ਤੋਂ ਇਲਾਵਾ